ਦੋਹਰਾ। ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦਿ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਅੰਗਦ ਕੰਦਨ ਬਿਗਨਾ ਬਦਨ ਸੁਮੰਗਲ ਸਾਲ। ਪਰਣ ਸ਼ਰਨ ਕਰ ਚਰਨ ਕਉ ਨਮਸਕਾਰ ਧਰ ਭਾਲ। ਸ਼੍ਰੀ ਸਤਿਗੁਰ ਬਾਰੇ ਅਮਰ ਜੀ ਸ਼ਰਨ ਨਰਣ ਦੁਖ ਹਰਣ। ਕਾਰਣ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ। ਰਾਮਦਾਸ ਸੁਖ ਰਾਸ ਪ੍ਰਭ ਸੇਵਕ ਤਰਾਸ ਵਿਦਾਰ। ਪਗ ਪਰ ਮੁਰ ਪ੍ਰਣਾਮ ਹੈ ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜਨ ਸਰੋਤਾ ਅਰਜ ਸਿਰਜਣ ਆਰਜ ਤਾਹੇ। ਲਰਜਿਤ ਜਮ ਜਿਨ ਨਾਮ ਤੇ ਬੰਦੋਂ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨਦ ਬਦ ਧਰ ਧਿਆਨ। ਬੰਦ ਦਉ ਕਰ ਬੰਦਨਾ ਸੁੰਦਰ ਦੁਤ ਮਦਿ ਨਾਮ। ਸ਼੍ਰੀ ਸਤਿਗੁਰ ਹਰਿ ਰਾਇ ਕੇ ਨਾਇ ਤੇ ਆਏ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ ਯਤੇ ਨਿਧ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕਾ ਨਿਪੁੰਨ ਹਰਣ ਜੁਰ ਧੀਨਾ। ਚਰਨ ਮਨੋਹਰ ਬੰਦਨਾ ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲ। ਚਰਨ ਸ਼ਰਨ ਤਾਰਨ ਤਰਨ ਨਮੋ ਹੋਏ ਅਨਕੂਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਧਰ ਅਵਤਾਰ। ਖੰਡੇ ਖੰਡ ਪਖੰਡ ਜਿਉ ਤਿਉ ਮਮ ਬਿਗਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁਵਾ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁਵਾ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਚੌਪਈ। ਇਮ ਸ਼੍ਰੀ ਪ੍ਰਭ ਦਿਨ ਕਿਤਿਕ ਬਿਤਾਏ। ਦਰਸ਼ੈ ਸੰਗਤ ਮਿਲ ਸਮੁਦਾਇ। ਦਰਬ ਆਦ ਬਹੁ ਅਰਿਪ ਅਕੋਰ। ਪੁਰਹਿ ਕਾਮਨਾ ਕੋ ਜਸ ਲੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਸੰਧਿਆ ਵੇਲੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤਾ ਹੈ ਤੇ ਚੱਲ ਰਹੀ ਲੜੀਵਾਰ ਕਥਾ
ਗੁਰ ਇਤਿਹਾਸ ਦੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਦੁਆਰਾ ਦਸ਼ਮੇਸ਼ ਪਿਤਾ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਖਾਲਸਾ ਪੰਥ ਕੇ ਬਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜੀਵਨ ਕਥਾ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਮਹਾਰਾਜ ਬਾਗ ਆਗਰੇ ਦੇ ਵਿੱਚ ਹਨ। ਗੁਰੂ ਸਾਹਿਬ ਜੀ ਦਾ ਸ਼ਰਧਾਲੂ ਖਾਨਾ ਜਿਹੜਾ ਕਿ ਆਗਰੇ ਦਾ ਹਾਕਮ ਹੈ ਅਤੇ ਬਹਾਦਰ ਸ਼ਾਹ ਦਾ ਨੌਕਰ ਹੈ, ਇਸ ਨੇ ਬੇਨਤੀ ਕਰਕੇ ਗੁਰੂ ਸਾਹਿਬ ਜੀ ਨੂੰ ਆਪਣੇ ਬਾਗ ਦੇ ਵਿੱਚ ਠਹਿਰਾਇਆ ਹੋਇਆ ਹੈ। ਅਤੇ ਕੀ ਹੋਰ ਕੌਤਕ ਹੁੰਦੇ ਨੇ, ਕਿਵੇਂ ਬਹਾਦਰ ਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬਾਗ ਵੱਲ ਆਉਂਦਾ ਹੈ ਅਤੇ ਸਤਿਗੁਰੂ ਜੀ ਕਿਵੇਂ ਉਸ ਨੂੰ ਉਪਦੇਸ਼ ਦਿੰਦੇ ਅਤੇ ਸਮੱਤ ਦੇ ਰਹੇ ਨੇ। ਆਓ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੀ ਇਹ ਅੰਮ੍ਰਿਤਮਈ ਕਥਾ ਸਰਵਣ ਕਰੀਏ ਜੀ। ਚੌਪਈ ਇਮ ਸ਼੍ਰੀ ਪ੍ਰਭ ਦਿਨ ਕਿਤਿਕ ਬਿਤਾਏ। ਇੰਜ ਕੁਝ ਕੁ ਦਿਨ ਹੋਰ ਬੀਤੇ ਹਨ। ਬਾਗ ਦੇ ਵਿੱਚ ਰੋਜ਼ 2 ਟਾਈਮ ਦੀਵਾਨ ਸਜਦਾ। ਸੰਗਤਾਂ ਆਲੇ ਦੁਆਲੇ ਦੇ ਪਿੰਡਾਂ 'ਚੋਂ ਆਉਣੀਆਂ। ਜਦੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਆਗਰੇ ਵਿੱਚ ਖਾਨਾ ਦੇ ਬਾਗ ਵਿੱਚ ਠਹਿਰੇ ਹੋਏ ਨੇ, ਸੰਗਤਾਂ ਦਰਸ਼ਨ ਦੀਦਾਰ ਕਰਦੀਆਂ, ਦੀਵਾਨ ਵਿੱਚ ਆਣ ਕੇ ਬਾਣੀ ਸੁਣਦੀਆਂ, ਸੇਵਾ ਕਰਦੀਆਂ, ਲਾਹਾ ਪ੍ਰਾਪਤ ਕਰਦੀਆਂ। ਦਰਸ਼ ਹੈ ਸੰਗਤ ਮਿਲ ਸਮੁਦਾਇ। ਸੋ ਸੰਗਤਾਂ ਜੋਟੀਆਂ ਦੇ ਰੂਪ ਦੇ ਵਿੱਚ ਇਕੱਤਰ ਹੋ ਕਰਕੇ ਆਉਂਦੀਆਂ ਵੀ ਲਾਹਾ ਹੈ। ਪਤਾ ਨਹੀਂ ਕਿੰਨੇ ਕੁ ਦਿਨ ਗੁਰੂ ਸਾਹਿਬ ਜੀ ਨੇ ਆਗਰੇ ਰਹਿਣਾ, ਫਿਰ ਅੱਗੇ ਸੋ ਚਲੇ ਜਾਣਾ। ਮੁੜ ਕੇ ਫਿਰ ਉਹਨਾਂ ਦਾ ਆਗਰੇ ਆਉਣਾ ਹੋਵੇ ਜਾਂ ਨਾ ਹੋਵੇ, ਇਸ ਕਰਕੇ ਜੋਟੀਆਂ ਦੇ ਰੂਪ ਵਿੱਚ ਆ ਰਹੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੀਆਂ ਹਨ। ਦਰਬ ਆਦ ਬਹੁ ਅਰਪ ਕਾ ਅਕੋਰ। ਤੇ ਦਸਵੰਧ ਦੀ ਮਾਇਆ ਗੁਰੂ ਚਰਨਾਂ ਵਿੱਚ ਲੈ ਕੇ ਸੰਗਤਾਂ ਆ ਰਹੀਆਂ, ਲੰਗਰਾਂ ਵਾਸਤੇ ਰਸਤਾਂ। ਅਤੇ ਫਿਰ ਸੋ ਜਿਵੇਂ ਮਹਾਰਾਜ ਪਾਤਸ਼ਾਹ ਦਾ ਹੁਕਮ ਸੀ ਵੀ ਜਿਹੜਾ ਵਧੀਆ ਸ਼ਸਤਰ ਲੈ ਕੇ ਆਵੇਗਾ, ਘੋੜੇ ਲੈ ਕੇ ਆਵੇਗਾ, ਉਹਦੇ 'ਤੇ ਸਾਡੀ ਅਤਿਅੰਤ ਖੁਸ਼ੀ ਹੋਵੇਗੀ। ਸੋ ਇੰਝ ਕੁਝ ਹਨ ਜਿਹੜੇ ਸ਼ਸਤਰ ਅਤੇ ਘੋੜੇ ਲੈ ਕੇ ਵੀ ਆ ਰਹੇ ਹਨ। ਪੁਰਹਿ ਕਾਮਨਾ ਕੋ ਜਸ ਲੋਰ। ਸੋ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਸੰਗਤਾਂ ਦੀਆਂ ਕਾਮਨਾਵਾਂ ਪੂਰਨ ਕਰ ਰਹੇ ਨੇ। ਅਤੇ ਇਹ ਜਸ ਗੁਰੂ ਸਾਹਿਬ ਜੀ ਦਾ ਬਿਦਤ ਦਾ ਹੈ, ਪ੍ਰਗਟ ਹੋ ਰਿਹਾ ਹੈ, ਕਿਉਂਕਿ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਿੱਚ ਹੀ ਕਾਮਨਾ ਦੀ ਪੂਰਤੀ ਹੈ। ਦਰਸ਼ਨ ਕੀਤੇ ਰਿੱਧੀਆਂ ਸਿੱਧੀਆਂ ਸੇਵਾ ਦੇ ਵਿੱਚ ਹੁੰਦੀਆਂ। ਜਿਉਂ ਹੀ ਦਰਸ਼ਨ ਕੀਤੇ ਭਾਵਨਾ ਦੇ ਨਾਲ ਗੁਰੂ ਨੂੰ ਰੱਬ ਜਾਣਿਆ, ਪਰਮੇਸ਼ਰ ਜਾਣਿਆ, ਦਾਤਾ ਜਾਣਿਆ, ਅਤੇ ਭਾਵਨਾ ਦੇ ਨਾਲ ਦਰਸ਼ਨ ਕੀਤੇ ਅਤੇ ਕਾਮਨਾਵਾਂ ਸੋ ਪੂਰਨ ਹੋਣ ਦੀਆਂ ਵਿਧਾ ਬਣ ਜਾਂਦੀਆਂ। ਕੋਈ ਕਹਿੰਦਾ ਮੇਰਾ ਆਹ ਕੰਮ ਅਟਕਿਆ ਸੀ, ਕੋਈ ਕਹਿੰਦਾ ਮੇਰਾ ਤਨ ਦਾ ਰੋਗ ਸੀ, ਸਰੀਰਕ ਰੋਗ ਸੀ, ਚਿੰਤਾ ਲੱਗੀ ਹੋਈ ਸੀ। ਸੋ ਇੰਝ ਸਤਿਗੁਰੂ ਜੀ ਦੇ ਆਣ ਕੇ ਦਰਸ਼ਨ ਕੀਤੇ ਤਾਂ ਨਵੇਂ ਨਰੋਏ ਹੋਏ ਹਾਂ। ਸੋ ਇੰਝ ਸੋਭਾ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਾਰੇ ਪਾਸੇ ਪ੍ਰਗਟ ਹੋ ਰਹੀ ਹੈ ਜੀ। ਦੋਹਰਾ ਨਾਮ ਜਵਾਹਰ ਸਿੰਘ ਜਿਸ। ਸੋ ਨਾਮ ਸੀ ਇੱਕ ਸਿੱਖ ਦਾ ਜਵਾਹਰ ਸਿੰਘ, ਪਰ ਸੀ ਉਹ ਸਿੱਖ ਜੜੀਆ ਸਿੱਖ ਸੁਨਿਆਰ। ਸੋ ਇਹ ਜੜੀਆ ਜਾਤ ਦਾ ਸੀ ਤੇ ਸੁਨਿਆਰਾ ਸਿੱਖ ਸੀ। ਸੁਤਾ ਤਰਨ ਤਿਸ ਕੀ ਹੁਤੀ। ਇਸ ਦੀ ਇੱਕ ਸੁਪੁੱਤਰੀ ਕੁਵਾਰੀ ਵਿਆਹੁਣ ਯੋਗ ਸੀ। ਸੁੰਦਰ ਬਹੁ ਸੁਕੁਮਾਰ। ਤੇ ਰੂਪ ਕਰਕੇ ਬਹੁਤ ਹੀ ਇਹ ਬੱਚੀ ਸੁੰਦਰ ਸੀ। ਚੌਪਈ ਸੋ ਦਰਸ਼ਨ ਹਿਤ ਚਲ ਕਰ ਆਈ। ਹੁਣ ਉਹ ਬੱਚੀ, ਕਿਉਂਕਿ ਇਹਦਾ ਪਿਤਾ ਵੀ ਅਕਸਰ ਆਇਆ ਕਰਦਾ ਸੀ, ਅਤੇ ਇਹ ਬੱਚੀ ਵੀ ਹੁਣ ਆਈ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਸੂਖਮ ਵਸਤਰ ਉਪਾਇਨ ਲਿਆਈ। ਤੇ ਗੁਰੂ ਸਾਹਿਬ ਜੀ ਦੀ ਭੇਟਾ ਵਾਸਤੇ ਕੁਝ ਵਸਤਰ ਸਤਿਗੁਰਾਂ ਦੇ ਅੱਗੇ ਰੱਖੇ ਹਨ, ਬਹੁਤ ਹੀ ਕੀਮਤ ਵਾਲੇ। ਚਰਨ ਸਰੋਜਨ ਕੋ ਕਰ ਨਮੋ। ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰ ਮੱਥਾ ਟੇਕ ਕੇ ਬਹਿ ਗਈ ਹੈ। ਬੈਠੀ ਅਵਲੋਕ ਹੈ ਤੇ ਸਮੋ। ਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰ ਰਹੀ ਸੀ ਨੇ, ਹੱਥ ਜੋੜ ਬੈਠੀ ਸੀ। ਕੇਤਕ ਸਿੰਘ ਸਮੀਪ ਥਿਰੇ ਹੈ। ਤੇ ਉਸ ਵਕਤ ਕੁਝ ਕੁ ਸਿੰਘ ਵੀ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਹੋਏ ਸਨ, ਕੁਝ ਵਿਚਾਰਾਂ ਚੱਲ ਰਹੀਆਂ ਸਨ। ਬਾਗ ਬਿਖੇ ਤਰ ਚਾਰ
ਬਾਰ ਤਰੇ ਹੈ। ਤੇ ਇਹ ਦੀਵਾਨ ਜਿਹੜਾ ਮਹਾਰਾਜ ਦੀ ਆਗਿਆ ਅਨੁਸਾਰ ਨਾ ਬਾਗ ਦੇ ਵਿੱਚ ਵੱਖਰਾ ਹੀ ਲਾਇਆ ਹੋਇਆ ਸੀਗਾ। ਇੱਕ ਦਰਖਤ ਸੋਹਣਾ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਇੱਥੇ ਬਹਿ ਜਾਂਦੇ ਆ। ਦਰਖਤ ਸੋਹਣੀ ਛਾਂ ਸੀ ਉਸ ਦੀ, ਤੇ ਵੱਖਰਾ ਇੱਕ ਸਪੈਸ਼ਲੀ ਦੀਵਾਨ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਲਵਾ ਲਿਆ। ਤੇ ਬਾਗ ਦੇ ਵਿੱਚ ਦਰਖਤ ਦੇ ਥੱਲੇ ਬੈਠੇ ਹੋਏ ਸਨ। ਸ਼ਾਹ ਬਹਾਦਰ ਸਹਿਜ ਸੁਭਾਏ। ਅਚਾਨਕ ਬਹਾਦਰ ਸ਼ਾਹ ਵੀ ਸੈਰ ਕਰਦਾ ਹੋਇਆ ਇੱਧਰ ਨੂੰ ਨਿਕਲ ਆਇਆ। ਫਿਰਤ ਸੈਲ ਹਿਤ ਹੇਰਤ ਥਾਏ। ਤੇ ਇੰਜ ਘੁੰਮਦਿਆਂ ਤੇ ਇਹਨੂੰ ਫਿਰ ਜਿਵੇਂ ਪਤਾ ਲੱਗਾ ਗੁਰੂ ਸਾਹਿਬ ਜੀ ਨੇ ਅੱਜ ਦਰਖਤ ਦੇ ਥੱਲੇ ਹੀ ਆਪਣਾ ਦੀਵਾਨ ਸਜਾਇਆ ਬੈਠੇ ਹੋਏ ਹਨ। ਜਬ ਹੀ ਬਾਗ ਨਿਕਟ ਚਲ ਆਇਓ। ਸੋ ਜਦੋਂ ਨੇੜੇ ਚੱਲ ਕਰਕੇ ਆਉਂਦਾ ਹੈ ਬਾਗ ਦੇ, ਇਹਾਂ ਗੁਰੂ ਥਿਰ ਹੈ ਸੁਧ ਪਾਇਓ। ਇਹਨੂੰ ਪੱਕੀ ਖਬਰ ਲੱਗੀ ਵੀ ਗੁਰੂ ਸਾਹਿਬ ਜੀ ਸੱਚਮੁੱਚ ਹੀ ਇੱਥੇ ਦਰਖਤ ਦੇ ਥੱਲੇ ਉਹਨਾਂ ਨੇ ਆਪਣੀ ਸਭਾ ਲਾਈ ਹੋਈ ਹੈ। ਦਰਸ਼ਨ ਕਰਨ ਮਨੋਰਥ ਧਾਰਾ। ਤੇ ਮਨ ਵਿੱਚ ਆ ਗਿਆ ਵੀ ਹੁਣ ਮੈਂ ਵੀ ਇੱਧਰ ਸੈਰ ਕਰਨ ਵਾਸਤੇ ਆਇਆ, ਤੇ ਚਲੋ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ, ਨਾਲੇ ਬਚਨ ਬਿਲਾਸ ਕਰਾਂਗੇ ਸਤਿਗੁਰਾਂ ਦੇ ਨਾਲ। ਉਤਰ ਪਰਵੇਸ਼ਿਓ ਬਾਗ ਮਝਾਰਾ। ਤੇ ਇਹ ਵੀ ਬਾਗ ਦੇ ਬਾਹਰ ਉਤਰਿਆ ਤੇ ਬਾਗ ਦੇ ਵਿੱਚ ਪ੍ਰਵੇਸ਼ ਕਰ ਗਿਆ ਜੀ। ਫਰਸ ਵਿਸਾਲ ਗੁਰੂ ਕਰਿਵਾਏ। ਗੁਰੂ ਸਾਹਿਬ ਜੀ ਨੇ ਅੱਜ ਉੱਥੇ ਪਹਿਲੋਂ ਹੀ ਸੋਹਣੀ ਫਰਸ਼ ਵਿਛਾਈ ਹੋਈ ਸੀ, ਦਰੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ ਵੀ ਅੱਜ ਅਸੀਂ ਇੱਥੇ ਦਰਖਤ ਦੇ ਥੱਲੇ ਬੈਠਣਾ, ਇੱਥੇ ਸਭਾ ਲਾਉਣੀ ਹੈ। ਤੇ ਪਹਿਲਾਂ ਹੀ ਫਰਸ਼ ਵਿਛਾਏ ਹੋਏ ਸਨ। ਇਕੱਠੇ ਸਿੰਘ ਭਏ ਸਮੁਦਾਇ। ਸਿੰਘ ਸਤਿਗੁਰੂ ਜੀ ਦੇ ਕੋਲ ਇਕੱਠੇ ਸਨ, ਬੈਠੇ ਹੋਏ ਸਨ। ਤਤ ਛਿਨ ਆਨ ਬੰਦਨਾ ਕੀਨ। ਤੇ ਬਹਾਦਰ ਸ਼ਾਹ ਆਇਆ, ਆਣ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਪ੍ਰਭੂ ਬਿਠਾਇਓ ਆਦਰ ਦੀਨ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਨੂੰ ਆਦਰ ਦਿੱਤਾ, ਸਤਿਕਾਰ ਦੇ ਨਾਲ ਨੇੜੇ ਕੋਲ ਬਿਠਾਲਿਆ ਹੈ। ਜਥਾ ਜੋਗ ਸਭ ਲੋਕ ਖਰੇ ਹੈ। ਫਿਰ ਬਹਾਦਰ ਸ਼ਾਹ ਦੇ ਨਾਲ ਕੁਝ ਉਸ ਦੇ ਅੰਗ ਰੱਖਿਅਕ ਵੀ ਸਨ, ਕੁਝ ਬਹਿ ਗਏ ਤੇ ਕੁਝ ਖੜੇ ਹੀ ਰਹੇ। ਗੁਰੂ ਸ਼ਾਹੋ ਕੋ ਪਿਖਨ ਕਰੇ ਹੈ। ਸਤਿਗੁਰੂ ਜੀ ਮਹਾਰਾਜ ਬਾਦਸ਼ਾਹ ਵੱਲ ਦੇਖ ਰਹੇ ਸਨ। ਸਿੱਖ ਕੀ ਤਨੁਜਾ ਢਿਗ ਥਿਰ ਰਹੀ। ਤੇ ਉੱਥੇ ਜਿਹੜਾ ਸੁਨਿਆਰਾ ਸਿੱਖ ਸੀ, ਉਸ ਦੀ ਨੌਜਵਾਨ ਲੜਕੀ ਉਹ ਵੀ ਨੇੜੇ ਹੀ ਬੈਠੀ ਸੀ। ਉੱਠ ਕਰ ਇਤ ਉਤ ਕਿਤ ਗੀ ਨਹੀਂ। ਸੋ ਉਹ ਇੱਧਰ ਉੱਧਰ ਉੱਠ ਕੇ ਨਹੀਂ ਚਲੇ ਗਈ ਵੀ ਹੁਣ ਬਾਦਸ਼ਾਹ ਆ ਗਿਆ ਜਾਂ ਹੋਰ ਸੰਗਤ ਵੱਧ ਆ ਗਈ ਤੇ ਮੈਂ ਚਲੀ ਜਾਵਾਂ। ਤੇ ਮਨ ਵਿੱਚ ਹੈ ਵੀ ਹਾਂ ਵੀ ਅਸੀਂ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਹਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਵੀ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਵੱਧ ਤੋਂ ਵੱਧ ਲਾਹਾ ਹੈ, ਭਾਵਨਾ ਪਵਿੱਤਰ ਹੈ ਇਸ ਬੱਚੀ ਦੀ। ਤੇ ਇਹ ਉੱਥੇ ਹੀ ਬੈਠੀ ਹੋਈ ਸੀ। ਸ਼ਾਹੋ ਬਹਾਦਰ ਜਬ ਹੈ ਬਿਲੋਕੀ। ਤੇ ਇਹ ਬਹਾਦਰ ਸ਼ਾਹ ਦੀ ਨਿਗਾਹ ਅਚਾਨਕ ਇਸ ਬੱਚੀ ਤੇ ਪੈਂਦੀ ਹੈ। ਸੁੰਦਰ ਰੂਪ ਚਾਹੇ ਵਿਸ਼ਿਓਂ ਕੀ। ਜਦੋਂ ਇਸ ਨੇ ਉਹਦੇ ਰੂਪ ਨੂੰ ਵੇਖਿਆ ਤੇ ਇਹ ਕਾਮ ਵਸ ਹੋ ਗਿਆ। ਤੇ ਮਹਾਰਾਜ ਜਿਵੇਂ ਬਾਣੀ 'ਚ ਬਚਨ ਕਰਦੇ, ਜੋਗੀ ਜੰਗਮ ਅਰ ਸੰਨਿਆਸ ਸਭ ਹੀ ਫਰਡਾਰੀ ਇਹ ਫਾਸ। ਕਾਮ ਬੜਾ ਬਲਵਾਨ ਹੈ। ਜਿਹੜੇ ਜਗਿਆਸੂ ਨੇ, ਸਾਧ ਨੇ, ਰਿਸ਼ੀ ਨੇ, ਮੁਨੀ ਨੇ, ਜੰਗਮ ਨੇ, ਸਿੱਧ ਸੰਨਿਆਸੀ, ਸੱਚੇ ਪਾਤਸ਼ਾਹ ਕਹਿੰਦੇ ਇਹ ਕਾਮ ਸਾਰਿਆਂ ਦੇ ਉੱਤੇ ਆਪਣੀ ਫਾਹੀ ਪਾਉਂਦਾ ਹੈ ਤੇ ਸਾਰਿਆਂ ਨੂੰ ਇਹ ਸਿੱਟ ਲੈਂਦਾ ਹੈ। ਐਡਾ ਵੱਡਾ ਭਾਰੀ ਇਹ ਬਲਵਾਨ ਹੈ। ਇੱਕ ਨੇ ਅਨੇਕਾਂ ਕਥਾਵਾਂ ਜਿਹੜੀ ਪੁਰਾਣਕ ਗ੍ਰੰਥ ਨੇ ਉਹਨਾਂ ਦੇ ਵਿੱਚ ਹਨ। ਤੇ ਜਿਹੜਾ ਸਿੱਖਾਂ ਦੇ ਵਿੱਚ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਕਈ ਘਟਨਾਵਾਂ ਦਾ ਜ਼ਿਕਰ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ, ਤੇ ਫਿਰ ਇਹਨਾਂ 5 ਵਿਕਾਰਾਂ ਤੋਂ ਬਚ ਹੁੰਦਾ। 5 ਵਿਕਾਰ ਵਸ ਵਿੱਚ ਹੁੰਦੇ ਨੇ। ਸੋ ਨਹੀਂ ਤਾਂ ਇਹ ਜਿਹੜੇ ਵਿਕਾਰ ਨੇ ਸੋ ਮਨੁੱਖ ਨੂੰ ਘੇਰ ਕੇ ਰੱਖਦੇ ਨੇ। ਭੇਖ ਜੇ ਬੰਦੇ ਨੇ ਧਾਰਨ ਕਰ ਲਿਆ ਤੇ ਭੇਖ ਇਹਨੂੰ ਬਚਾ ਨਹੀਂ ਸਕਦਾ। ਸੋ ਵੀ ਭੇਖ ਧਾਰਨ ਕਰ ਲਿਆ ਵੀ ਇਸ ਨੂੰ ਵਿਕਾਰਾਂ ਦੀ ਹੁਣ ਮਾਰ ਨਹੀਂ ਪਵੇਗੀ। ਸੋ ਭੇਖ ਨਹੀਂ ਬਚਾ ਸਕਦੇ ਹਨ। ਸੋ ਇਸ ਦਾ ਨੇਮ ਕੀ ਹੈ, ਰਹਿਤ ਕੀ ਹੈ। ਤੇ ਜੇ ਨੇਮ ਇਹਦਾ ਚੱਲ ਰਿਹਾ, ਨੇਮ ਦੇ ਵਿੱਚ ਹੈ, ਫਿਰ ਗੁਰੂ ਬਾਂਹ ਫੜ ਲੈਂਦਾ ਹੈ।
ਤੇ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੋ ਇਸ ਦੇ ਅੰਦਰ ਸਹਿਜਤਾ ਹੀ ਆ ਗਈ ਹੈ, ਫੇਰ ਵਿਕਾਰ ਦੂਰ ਭੱਜਦੇ ਨੇ। ਨੇਮੀ ਸਿੱਖ ਹੈ, ਨਿਤਨੇਮ ਨਹੀਂ ਛੱਡਦਾ ਗੁਰੂ ਸਾਹਿਬ ਜੀ, ਫਿਰ ਇਹਦੀ ਬਾਂਹ ਫੜ ਕੇ ਰੱਖਦੇ ਨੂੰ, ਡੋਲਣ ਨਹੀਂ ਦਿੰਦੇ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਜੇ ਨਿਤਨੇਮ ਵੀ ਨਹੀਂ ਹੈ ਤੇ ਮਨ ਦਾ ਟਿਕਾ ਤਾਂ ਬੜੀ ਦੂਰ ਦੀ ਬਾਤ ਹੈ, ਤੇ ਨਿਰਾ ਹੀ ਭੇਖ ਹੈ, ਤੇ ਫਿਰ ਭਾਵੇਂ ਬੜੇ ਬੜੇ ਕਹਿੰਦੇ ਕਹਾਉਂਦੇ ਜਿਹੜੇ ਆ ਉਹ ਡਿੱਗਦੇ ਨੇ ਵਿਕਾਰਾਂ ਦੇ ਵਿੱਚ। ਤੇ ਫਿਰ ਕੀ ਮਹਾਰਾਜ ਦੇ ਬਚਨ ਨੇ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸੱਚੇ ਪਾਤਸ਼ਾਹ ਨੇ ਕੋਈ ਲਿਹਾਜ਼ ਨਹੀਂ ਕੀਤਾ ਵੀ ਤੁਸੀਂ ਸਾਡੇ ਸਿੱਖ ਹੋ, ਤੁਹਾਡੇ ਵਾਸਤੇ ਮਾਫ ਹੈ, ਤੁਸੀਂ ਭੇਖ ਧਾਰਨ ਕਰ ਲਿਆ। ਮਹਾਰਾਜ ਨੇ ਬਿਲਕੁਲ ਸੋ ਇੱਥੇ ਮੁਆਫੀ ਨਹੀਂ ਦਿੱਤੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਇਸ ਸੰਬੰਧ ਵਿੱਚ ਬੜੇ ਕਰੜੇ ਬਚਨ ਰਹਿਤਨਾਮਿਆਂ ਦੇ ਵਿੱਚ ਕੀਤੇ ਹੋਏ ਹਨ। ਤੇ ਹੁਣ ਬਾਦਸ਼ਾਹ ਬਹਾਦਰ ਸ਼ਾਹ ਤੇ ਇਹ ਕੋ ਕਿੱਥੇ ਸੋ ਵਿਸ਼ੇ ਵਿਕਾਰਾਂ ਤੇ ਕੰਟਰੋਲ ਹੈ। ਤੇ ਉਹ ਬੱਚੀ ਨੂੰ ਵੇਖਿਆ ਤੇ ਇਹਦਾ ਮਨ ਜਿਹੜਾ ਕਾਮ ਵਸ ਹੋ ਗਿਆ। ਭਇਓ ਲੁਭਾਏ ਮਾਨ ਤਤਕਾਲਾ, ਇਹ ਲੁਭਾਏ ਮਾਨ ਹੋ ਗਿਆ। ਸੋ ਉਸੇ ਵਕਤ ਉਹ ਬੱਚੀ ਨੂੰ ਵੇਖ ਕਰਕੇ ਦੇਖ ਚਕੋਰ ਚੰਦ ਕੀ ਢਾਲਾ, ਤੇ ਇੱਕਦਮ ਇੱਕ ਟਿਕ ਲਾ ਕਰਕੇ ਦੇਖਣਾ ਸ਼ੁਰੂ ਕਰ ਦਿੱਤਾ। ਅੱਖਾਂ ਦਾ ਬੜਾ ਭਾਰੀ ਇਹ ਦੋਸ਼ ਹੈ ਜਿਹੜੇ ਸਾਡੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੇਤਰ ਦਿੱਤੇ ਨੇ। ਤੇ ਮਹਾਰਾਜ ਦੇ ਵਚਨ, ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਾਰ ਬਿਨ ਅਵਰ ਨਾ ਦੇਖੋ ਕੋਈ। ਸੋ ਇਹਨਾਂ ਨੇਤਰਾਂ ਦੇ ਨਾਲ ਜੇ ਪਰਾਇਆ ਧਨ ਤੇ ਪਰਾਇਆ ਰੂਪ ਵੇਖਣਾ ਤੇ ਅਵਸਥਾ ਜਿਹੜੀ ਹੈ ਸੋ ਇਹ ਬਹੁਤ ਜ਼ਿਆਦਾ ਬੰਦੇ ਦੀ ਡਿੱਗ ਜਾਂਦੀ ਹੈ। ਸੋ ਬਹੁਤ ਛੇਤੀ ਫਿਰ ਵਿਕਾਰਾਂ ਦੇ ਵਿੱਚ ਇਹ ਘਿਰ ਜਾਂਦਾ ਹੈ। ਤੇ ਇੱਕ ਟਿਕ ਟਿਕੀ ਲਾ ਕਰਕੇ ਉਸ ਬੱਚੀ ਵੱਲ ਦੇਖਣ ਲੱਗ ਪਿਆ। ਗੁਰ ਤੇ ਸ਼ੰਕ ਰਹਿਓ ਬਹੁ ਤੇਰਾ, ਹਾਂ ਸਤਿਗੁਰੂ ਜੀ ਵੱਲੋਂ ਕੁਝ ਝਿਜਕਦਾ ਵੀ ਸੀਗਾ ਤੇ ਅੱਖ ਬਚਾ ਕੇ ਬੱਚੀ ਵੱਲ ਵੇਂਦਾ ਸੀ। ਭਇਓ ਬਿਵਸ ਮਨ ਫਿਰਿਓ ਨਾ ਫੇਰਾ, ਬੇਬਸ ਹੋ ਗਿਆ, ਐਸਾ ਕਾਮ ਦਾ ਇਹਨੂੰ ਤੀਰ ਲੱਗਾ ਸੋ ਮਨ ਫੇਰਿਓ ਵੀ ਨਹੀਂ ਸੀ ਫਿਰ ਰਿਹਾ। ਲਾਲਚ ਲੱਗਿਓ ਪਿਖਨ ਕੇ ਕਾਰਨ, ਬਸ ਦੇਖਣ ਦਾ ਹੀ ਲਾਲਚ ਲੱਗ ਗਿਆ ਹੈ ਇਸ ਨੇ। ਤੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਤੇ ਦਰਬਾਰ ਵਿੱਚ ਆਉਣਾ, ਸਤਿਗੁਰਾਂ ਦੇ ਦਰਸ਼ਨ ਕਰਨੇ, ਮਹਾਰਾਜ ਨੇ ਇਹਨੂੰ ਬਹੁਤ ਵੱਡਾ ਪੁੰਨ ਦੱਸਿਆ ਵੀ ਮੱਥਾ ਟੇਕਣਾ। ਤੇ ਜੇ ਹੁਣ ਮਾਏ ਭੈਣ ਜੋ ਆਵੇ ਸੰਗਤ, ਬੁਰੀ ਦ੍ਰਿਸ਼ਟ ਦੇਖੈ ਤਿਸ ਪੰਗਤ। ਹੁਣ ਜੇ ਮਾਵਾਂ ਭੈਣਾਂ ਜੇ ਸੰਗਤ ਵਿੱਚ ਆਉਂਦੀਆਂ, ਬੁਰੀ ਨਿਗਾਹ ਦੇ ਨਾਲ ਤੱਕਦਾ, ਅੱਤ ਦਾ ਭੈੜਾ ਕਰਮ ਬਣ ਜਾਂਦਾ, ਉਹਦਾ ਲੇਖਾ ਬਣਦਾ, ਲੇਖਾ ਵੇਖਣਾ ਪੈਂਦਾ, ਦੇਣਾ ਪੈਂਦਾ। ਤੇ ਗੁਰੂ ਸਾਹਿਬ ਜੀ ਨੇ ਸਾਰਾ ਬਹੁਤ ਸਖਤੀ ਦੇ ਨਾਲ ਮਨ੍ਹਾ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਰਹਿਤ ਮਰਜ਼ਾਦਾ ਦੇ ਮਹਾਰਾਜ ਦੇ ਬਚਨ ਨੇ, ਰਹਿਣੀ ਰਹੇ ਸੋਈ ਸੁਖ ਮੇਰਾ ਉਸਾਹੇ ਮੈਂ ਉਸਕਾ ਚੇਰਾ। ਸੋ ਰਹਿਤ ਬਿਨਾ ਨਾ ਸਿੱਖ ਹਾਵੇ, ਰਹਿਤ ਬਿਨਾ ਦਰ ਝੋਟਾਂ ਖਾਵੇ। ਪਾਤਸ਼ਾਹ ਜੀ ਦੇ ਬੜੇ ਕਰੜੇ ਬਚਨ ਨੇ। ਤੇ ਇਹ ਆਇਆ ਤਾਂ ਸੀ ਦਰਬਾਰ ਦੇ ਵਿੱਚ, ਬੜੀ ਵੱਡੀ ਗੱਲ ਸੀ। ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ, ਬਹੁਤ ਵੱਡੀ ਗੱਲ। ਮਹਾਰਾਜ ਦੇ ਬਚਨ ਵਿਲਾਸ ਸਤਿਗੁਰਾਂ ਦੇ ਸੁਣਨ ਨੂੰ ਮਿਲਦੇ ਨੇ, ਬੜੇ ਪੁੰਨ ਨੇ। ਪਰ ਹੁਣ ਵੱਡਾ ਭਾਰੀ ਅਪਰਾਧ ਹੈ ਜਿਹੜਾ ਹੁਣ ਇਹ ਕਰ ਰਿਹਾ ਸੀ। ਕਰੈ ਬਾਤ ਬਹੁ ਭਾਂਤ ਉਚਾਰਨ, ਗੱਲਾਂ ਕਰੀ ਜਾ ਰਿਹਾ ਤੇ ਦੇਖਦਾ ਹੈ ਉਹ ਬੱਚੀ ਵੱਲ ਹੀ। ਬੂਝਨ ਲਗਿਓ ਹਮਾਰੇ ਮਤ ਮੈਂ, ਤੇ ਫਿਰ ਇਹਨੇ ਗੱਲਾਂ ਵਿੱਚ ਹੀ ਗੁਰੂ ਸਾਹਿਬ ਜੀ ਦੇ ਨਾਲ ਗੱਲ ਇੱਕ ਸਾਂਝੀ ਕੀਤੀ। ਮਹਾਰਾਜ ਜੀ ਸਾਡੇ ਮੱਤ ਦੇ ਵਿੱਚ ਕਲਮਾ ਪੜਤ ਜੋ ਕਰ ਹਿਤ ਚਿਤ ਮੈਂ, ਵੀ ਜਿਹੜਾ ਕਲਮਾ ਪੜਦਾ ਹੈ, ਦੇਖੋ ਹੁਣ ਇਹ ਸੋ ਪਰ ਤਨ ਨੂੰ ਵੇਖਦਾ ਪਿਆ, ਪਰਾਇਆ ਤਨ ਤੱਕਣਾ ਇੱਕ ਘੋਰ ਅਪਰਾਧ ਹੈ। ਕਾਮ ਵਾਸ਼ਨਾ ਦੇ ਨਾਲ, ਇਹ ਕਾਮ ਵਾਸ਼ਨਾ ਦੇ ਨਾਲ ਤੱਕਦਾ ਪਿਆ ਤੇ ਆਪਣੀ ਇਸ ਤੱਕਣੀ ਨੂੰ, ਇਸ ਮਾੜੇ ਕਰਮ ਨੂੰ ਸਹੀ ਸਿੱਧ ਕਰਨ ਵਾਸਤੇ। ਤੇ ਇਹਦੇ ਕੋਲ ਕੀ ਕਹਿ ਰਿਹਾ, ਕਹਿੰਦਾ ਮਹਾਰਾਜ ਜੀ ਵੀ ਸਾਡੇ ਮੱਤ ਦੇ ਵਿੱਚ ਜਿਹੜਾ ਕਲਮਾ ਪੜ੍ਹਦਾ ਹੈ ਸੋ ਦੋਜਕ ਮੈਂ ਪਰਤ ਨ ਕੋਈ, ਉਹ ਦੋਜ਼ਕਾਂ ਵਿੱਚ ਬਿਲਕੁਲ ਨਹੀਂ ਜਾਂਦਾ ਹੈ। ਜਾਤ ਭਿਸਤ ਸੁਖ ਭੋਗੇ ਸੋਈ, ਕਲਮਾ ਪੜ੍ਹਨੇ ਵਾਲਾ ਤਾਂ ਭਿਸ਼ਤਾਂ 'ਚ ਜਾਂਦਾ, ਵਹਿਸ਼ਤਾਂ 'ਚ ਜਾਂਦਾ, ਸਵਰਗਾਂ ਨੂੰ ਹੀ ਜਾਂਦਾ, ਉੱਥੇ ਜਾ ਕੇ ਸਾਰੇ ਸੁਖ ਭੋਗਦਾ ਹੈ। ਸੁਨ ਗੁਰ ਕਹਿਓ ਨਾ ਇਮ ਬਨ ਆਵੈ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਕਾਜੀ ਦਾ ਪਰਵਾਨਾ ਪਾੜ ਕੇ ਸੁੱਟ ਦਿੱਤਾ ਹੈਗਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਾਜ ਭਾਗ ਦੇਣੇ ਵਾਲੇ ਤੇ ਇਹਦੀ ਗੱਲ ਕਿਵੇਂ ਮੰਨ ਲੈਂਦੇ।
ਸੱਚੇ ਪਾਤਸ਼ਾਹ ਕਹਿੰਦੇ ਨਹੀਂ ਬਈ ਬਹਾਦਰ ਸ਼ਾਹ ਬਾਦਸ਼ਾਹ, ਇੰਜ ਨਹੀਂ ਹੈ, ਜਿਹੜੀ ਗੱਲ ਤੂੰ ਕਹਿ ਰਿਹਾ ਗਲਤ ਹੈ। ਜਥਾ ਕਰਮ ਕਰ ਤਥਾ ਸੁ ਪਾਵੈ। ਸੋ ਉੱਥੇ ਕਲਮਾਂ ਨਹੀਂ ਵੇਖਣੀਆਂ ਕਿਸੇ ਨੇ, ਇੱਥੇ ਜਿੱਦਾਂ ਦਾ ਕਰਮ ਤੁਸੀਂ ਕਰੋਗੇ ਤੇ ਉਦਾਂ ਦਾ ਹੀ ਫਲ ਉੱਥੇ ਪ੍ਰਾਪਤ ਹੁੰਦਾ। ਬਾਬੇ ਨਾਨਕ ਨੇ ਵੀ ਇਹੋ ਹੀ ਬਾਤ ਆਖੀ ਸੀ, ਸ਼ੁਭਲ ਅਮਲਾਂ ਬਾਝੋਂ ਦੋਨੋਂ ਰੋਈ। ਜਦੋਂ ਆਖਿਆ ਸੀ ਨਾ ਕਾਜ਼ੀਆਂ ਤੇ ਮੁੱਲਿਆਂ ਨੇ ਇਕੱਠੇ ਹੋ ਕੇ ਵੀ ਉੱਥੇ ਦਰਗਾਹ ਦੇ ਵਿੱਚ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਮਹਾਰਾਜ ਨੇ ਫਿਰ ਉੱਥੇ ਉਹਨਾਂ ਦੀ ਚਾਪਲੂਸੀ ਥੋੜ੍ਹੀ ਕੀਤੀ ਸੀ। ਕਹਿੰਦੇ ਕਰਮ ਮਾੜੇ ਹੈ ਤੇ ਫਿਰ ਕਿਵੇਂ ਸੁੱਖ ਪ੍ਰਾਪਤ ਹੋਵੇਗਾ? ਜੇ ਕਰਮ ਚੰਗੇ ਹੈ ਫੇਰ ਤਾਂ ਵੀ ਠੀਕ ਹੈ, ਮਾੜੇ ਕਰਮਾਂ ਦਾ ਕਿਵੇਂ ਕਹਿੰਦੇ ਸੁੱਖ ਮਿਲੇਗਾ? ਕਿਵੇਂ ਕਿੱਕਰ ਬੀਜੂਗਾ ਤੇ ਕਿਵੇਂ ਦਾਖ ਤੇ ਬਜੌਰੀਆਂ ਬਣਨਗੀਆਂ? ਅੱਕ ਤਾਂ ਅੱਕ ਹੀ ਰਹਿਣਾ ਹਨ। ਸੋ ਨਿੰਮ ਕਿਵੇਂ ਅੰਬ ਬਣ ਜਾਊਗਾ, ਅੱਕ ਕਿਵੇਂ ਅੰਬ ਬਣ ਜਾਣਗੇ? ਤੇ ਇੱਥੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਸਰੂਪ ਦੇ ਜੋ ਬਚਨ ਕੀਤੇ ਸਨ ਉਹੀ ਬਚਨ ਦੁਹਰਾਏ। ਕਹਿੰਦੇ ਇੰਜ ਨਹੀਂ ਹੁੰਦਾ ਹੈ ਬਹਾਦਰ ਸ਼ਾਹ। ਸੋ ਕਰਮ ਜਿੱਦਾਂ, ਇਹਨੂੰ ਇਹ ਵੀ ਨਹੀਂ ਆਖਿਆ ਵੀ ਸਾਡੇ ਮੱਤ ਵਿੱਚ ਇੱਦਾਂ ਹੈ ਵੀ ਤੇਰੇ ਮੱਤ ਚੱਲ ਬਹਿਸ਼ਤ ਮਿਲਦੇ ਹੋਣਗੇ, ਕਲਮਾ ਤੂੰ ਪੜ੍ਹਦਾ ਵਾ। ਦੱਸਣਾ ਚਾਹੁੰਦਾ ਸੀ ਮੈਂ ਜੀ ਕਲਮਾ ਪੜ੍ਹਦਾ ਹੈ ਤੇ ਇਸ ਕਰਕੇ ਮੈਨੂੰ ਕੋਈ ਦੋਸ਼ ਨਹੀਂ ਹੈ। ਤੇ ਮਹਾਰਾਜ ਨੇ ਸਾਫ਼ ਕਹਿ ਦਿੱਤਾ ਵੀ ਦਰਗਾਹ ਦਾ ਨਿਆਉ ਹੈ ਵੀ ਜਿਹੜਾ ਕਰਮ ਜਿੱਦਾਂ ਦੇ ਕਰਦਾ ਉਹਨੂੰ ਉਸੇ ਤਰ੍ਹਾਂ ਦਾ ਫਲ ਭੋਗਣਾ ਪੈਂਦਾ। ਕਲਮਾ ਪੜ੍ਹੈ ਕਮਾਵੈ ਖੋਟ। ਜੇ ਕੋਈ ਪੜ੍ਹਦਾ ਕਲਮਾ ਹੋਵੇ ਤੇ ਖੋਟ ਕਮਾਉਂਦਾ, ਮਨ ਮਾੜੇ ਪਾਸੇ ਹੈ ਜਾਂ ਅੰਦਰ ਖਾਤੇ ਲੋਕਾਂ ਤੋਂ ਚੋਰੀ ਗੁਪਤ ਰੂਪ ਦੇ ਵਿੱਚ ਵਿਸ਼ੇ ਵਿਕਾਰ ਭੋਗ ਰਿਹਾ ਹੈ। ਤੇ ਮਹਾਰਾਜ ਨੇ ਬਿਲਕੁਲ ਸਪਸ਼ਟ ਬਾਣੀ ਵਿੱਚ ਤਾਂ ਕੋਈ ਸਾਰੀਆਂ ਗੱਲਾਂ ਮਹਾਰਾਜ ਨੇ ਲਿਖਾਰੀਆਂ ਹੋਈਆਂ। ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਪਾਠਾਂ ਦੀ ਵੀ ਗੱਲ ਕੀਤੀ, ਵੇਦਾਂ ਦੀ ਵੀ ਗੱਲ ਕੀਤੀ। ਨਿਵਲ ਭੁਜੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ। ਅਧਿਕ ਅਹੰ ਬਦ ਬਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਜਿੱਦਾਂ ਦੇ ਮਰਜ਼ੀ ਕਰਮ ਕਰ ਲਾ, ਜੇ ਪੰਜਾਂ ਨੇ ਖਹਿੜਾ ਨਹੀਂ ਛੱਡਿਆ ਨਾ ਤੇ ਤੂੰ 84 ਦੇ ਗੇੜ ਤੋਂ ਛੁੱਟ ਨਹੀਂ ਸਕਦਾ। ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾ, ਜਿੰਨੀ ਮਰਜ਼ੀ ਜੋ ਮਰਜ਼ੀ ਕਰੀ ਜਾ ਤੂੰ, ਤੇ ਜੇ ਤੂੰ ਅੰਦਰ ਤੇਰੇ ਖੋਟ ਹੈ, ਅੰਦਰ ਤੇਰਾ ਮਲੀਨ ਹੈ, ਸੋ ਅੰਦਰਲੇ ਨੂੰ ਪਵਿੱਤਰ ਨਹੀਂ ਕੀਤਾ ਤੇ ਮਤੇ ਖਿਆਲ ਕਰ ਵੀ ਹਾਂ ਵੀ ਤੇਰਾ ਛੁਟਕਾਰਾ ਹੋਊ। ਤੇਰਾ ਭੇਖ ਵੇਖ ਕੇ, ਤੇਰਾ ਮਤਲਬ ਭੇਖ ਆ, ਚਾਹੇ ਮੁਸਲਮਾਨ ਕਹਿੰਦਾ ਮੈਂ ਮੁਸਲਮਾਨ ਪੱਕਾ ਕਲਮਾ ਪੜ੍ਹਦਾ, ਹਿੰਦੂ ਕਹਿੰਦਾ ਪੱਕਾ ਹਿੰਦੂ ਮੈਂ ਤੀਰਥਾਂ 'ਤੇ ਜਾਂਦਾ, ਜਨੇਊ ਪਾ ਕੇ ਰੱਖਦਾ, ਵੇਦ ਪੜ੍ਹਦਾ, ਤੇ ਸਿੱਖ ਕਹੇ ਜੀ ਮੈਂ ਗੁਰਦੁਆਰੇ ਜਾਂਦਾ ਤੇ ਮੈਂ ਅੰਮ੍ਰਿਤ ਵੀ ਛਕਿਆ ਹੋਇਆ, ਬਾਣੀ ਪੜ੍ਹਦਾ, ਨਿਤਨੇਮੀ ਹੈ, ਤੇ ਕਰਮ ਮਾੜੇ ਕਰਦਾ ਹੈ, ਉਹ ਵੀ ਜਿਹੜੇ ਬੱਜਰ ਕ੍ਰਿਤਾਂ ਕਰਦਾ ਤੇ ਉਹ ਨਹੀਂ ਬਖਸ਼ਿਆ ਜਾਵੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਉੱਥੇ ਬਹਾਦਰ ਸ਼ਾਹ ਨੂੰ ਵੀ ਕਹਿ ਦਿੱਤੀ, ਕਹਿੰਦੇ ਇੰਝ ਨਹੀਂ ਹੁੰਦੀ ਹੈ। ਸੋ ਜਿਹੜਾ ਕਰਮ ਮਾੜੇ ਕਰਦਾ ਉਸ ਅਨੁਸਾਰ ਉਸ ਨੂੰ ਭਾਈ ਸਜ਼ਾ ਮਿਲਦੀ ਹੈ। ਤਿਸ ਕੋ ਸੰਕਟ ਨਰਕ ਨਾ ਛੋਟ। ਕਹਿੰਦੇ ਨਰਕਾਂ ਵਿੱਚ ਛੋਟ ਨਹੀਂ ਹੈ। ਇਹ ਥੋੜ੍ਹੀ ਉੱਥੇ ਨਰਕਾਂ 'ਚ ਤੂੰ ਕਲਮਾ ਪੜ੍ਹਦਾ ਤਾਂ ਤੈਨੂੰ ਨਰਕਾਂ ਤੋਂ ਛੋਟ ਮਿਲ ਜਾਵੇਗੀ ਤੇ ਕਰਮ ਜਿੱਦਾਂ ਦੇ ਮਰਜ਼ੀ ਕਰੀ ਜਾਵੇਂ, ਤੂੰ ਰਾਜਾ ਹੈ। ਇੱਕ ਚਲੋ ਆਮ ਇਨਸਾਨ ਜਿਹੜਾ ਗੁਨਾਹ ਕਰਦਾ ਕੁਝ ਹੋਰ ਹੈ, ਰਾਜਾ ਜਦੋਂ ਗੁਨਾਹ ਕਰਦਾ ਬਹੁਤ ਵੱਡਾ ਗੁਨਾਹ ਹੁੰਦਾ ਉਹ ਵੀ। ਸੋ ਇਹੋ ਜਿਹਾ ਗੁਨਾਹ ਜਿਹੜੀ ਪਰਜਾ ਹੁੰਦੀ ਹੈ, ਸੋ ਉਹ ਰਾਜਾ ਦੀ ਰਈਅਤ ਆ, ਸੋ ਉਹਦੇ ਵਿੱਚ ਬੱਚੇ ਬੱਚੀਆਂ ਉਹਦੇ ਧੀਆਂ ਪੁੱਤਰ ਨੇ, ਤੇ ਹੁਣ ਇਸ ਤਰੀਕੇ ਦੇ ਨਾਲ ਜੇ ਚੱਲੇਗਾ ਤੇ ਫਿਰ ਤਾਂ ਬਹੁਤ ਵੱਡੀ ਸਜ਼ਾ ਹੈ ਇਹਦੇ ਵਾਸਤੇ। ਮਹਾਰਾਜ ਨੇ ਉਹਨੂੰ ਸਮਝਾਇਆ, ਸੱਚੇ ਪਾਤਸ਼ਾਹ ਇਸ਼ਾਰਾ ਤਾਂ ਦੇ ਰਹੇ ਨੇ, ਇਸ਼ਾਰੇ ਦੇ ਨਾਲ ਨਹੀਂ ਕਰਮ ਦੇਖੇ ਜਾਂਦੇ ਨੇ। ਕਰਮ ਮਾੜਾ ਕਰਦਾ ਤਾਂ ਨਰਕਾਂ ਤੋਂ ਛੋਟ ਨਹੀਂ ਮਿਲ ਸਕਦੀ ਹੈ। ਭੋਗ ਹੈ ਕਸ਼ਟ ਅਨੇਕ ਪ੍ਰਕਾਰ। ਫਿਰ ਇੱਥੇ ਕਈ ਪ੍ਰਕਾਰ ਦੇ ਕਸ਼ਟ ਭੋਗਦਾ ਹੈ। ਨਹਿ ਕਲਮਾ ਤਿਹ ਲੇਤ ਉਬਾਰ। ਤੇ ਉਸ ਤੋਂ ਬਾਅਦ ਦਰਗਾਹ ਦੇ ਕਸ਼ਟ ਭੋਗਦਾ ਨਰਕਾਂ ਦੇ, ਤੇ ਕਲਮਾ ਉਸ ਨੂੰ ਬਚਾ ਨਹੀਂ ਸਕਦੀਆਂ। ਸੱਚੇ ਪਾਤਸ਼ਾਹ ਕਹਿੰਦੇ ਕਲਮਾ ਜਿੰਨੀਆਂ ਮਰਜ਼ੀ ਪੜ੍ਹੀ ਜਾਵੇ, ਜੇ ਕਰਮੇ ਮਾੜੇ ਨੇ, ਅੰਦਰਲੀ ਖੋਟ ਹੈ, ਉਹ ਨਹੀਂ ਫਿਰ ਨਰਕਾਂ ਵਿੱਚ ਜਾਣ ਤੋਂ ਬਚ ਸਕਦਾ ਹੈ। ਕਹੈ ਬਹਾਦਰ ਸ਼ਾਹ ਹਮਾਰੇ। ਤੇ ਫਿਰ ਹੁਣ ਬਹਾਦਰ ਸ਼ਾਹ ਕਹਿੰਦਾ ਜੀ ਸਾਡੇ ਮੱਤ ਦੇ ਵਿੱਚ ਕਲਮਾ ਕਰਹਿ ਉਧਾਰ ਉਚਾਰੇ। ਨਹੀਂ ਜੀ, ਕਲਮਾ ਬਚਾ ਲੈਣੀਆਂ ਬੰਦੇ ਨੂੰ। ਕਲਮਾ ਪੜ੍ਹ ਲਓ ਨਾ, ਕਲਮਾ ਬਚਾ ਲੈਣੀਆਂ, ਕਲਮਾ ਉਧਾਰ ਕਰ ਦਿੰਦੀਆਂ ਜੇ ਕਲਮਾ ਪੜ੍ਹਦੇ ਰਹੀਏ ਤਾਂ। ਝੂਠ ਕਹਿਓ ਕੈ ਸਾਚ ਬਖਾਨਾ। ਸੋ ਇਹ ਝੂਠ ਕੇ ਸੱਚ ਕਹਿ ਰਹੇ ਹੋ,
ਹੁਣ ਚੱਕਰ ਹੈ ਨਾ, ਮਹਾਰਾਜ ਪਾਤਸ਼ਾਹ ਨੇ ਕਹਿ ਦਿੱਤਾ, ਕਹਿੰਦੇ ਵੀ ਕਰਮ ਵੇਖਣੇ ਆ, ਕਰਮ ਮਾੜੇ ਆ ਤੇ ਕਲਮਾਂ ਨੇ ਨਹੀਂ ਬਚਾਉਣਾ। ਤੇ ਉਹ ਕਹਿ ਰਿਹਾ, ਕਹਿੰਦਾ ਜੀ ਸਾਡੇ ਮੱਤ ਵਿੱਚ ਤਾਂ ਲਿਖਿਆ ਵੀ ਕਲਮਾਂ ਬਚਾ ਲੈਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗ ਪਿਆ ਵੀ ਪਤਾ ਨਹੀਂ ਹੁਣ ਤੁਸੀਂ ਝੂਠ ਕਹਿ ਰਹੇ ਹੋ ਕਿ ਸੱਚ ਕਹਿ ਰਹੇ ਹੋ। ਤੇ ਇਹੋ ਹੀ ਤਾਂ ਗੁਰੂ ਦੇ ਵਿੱਚ ਖਾਸੀਅਤ ਹੈ ਵੀ ਗੁਰੂ ਸੱਚੋ ਹੀ ਸੱਚ, ਉੱਥੇ ਝੂਠ ਨਹੀਂ ਹੈ, ਬਿਲਕੁਲ ਸੱਚ ਹੈ। ਤੇ ਸੱਚੇ ਦੀ ਦਰਗਾਹ ਦੇ ਵਿੱਚ ਸੱਚੋ ਹੀ ਸੱਚ ਨਿਬੜਾ, ਤੇ ਗੁਰੂ ਦੀ ਦਰਗਾਹ ਵੀ ਸੱਚੇ ਦੀ ਦਰਗਾਹ, ਇੱਥੇ ਵੀ ਸੱਚੋ ਹੀ ਸੱਚ ਹੈ। ਤੇ ਗੁਰੂ ਨੂੰ ਕਹਿਣ ਲੱਗ ਪਿਆ, ਮੈਂ ਮਹਾਰਾਜ ਤੁਸੀਂ ਜਿਹੜੀ ਗੱਲ ਕਹਿ ਰਹੇ ਹੁਣ ਪਤਾ ਨਹੀਂ ਇਹ ਝੂਠ ਹੈ ਜਾਂ ਸੱਚ ਹੈ। ਕਿਮ ਹਮ ਪਤਾ ਲਿਹੇ ਮਨ ਜਾਨਾ, ਅਸੀਂ ਕਿਵੇਂ ਸਮਝ ਲਈਏ? ਤੁਸੀਂ ਕਹਿੰਦੇ ਵੀ ਦਰਗਾਹ ਦੇ ਵਿੱਚ ਕਰਮ ਵੇਖੇ ਜਾਂਦੇ ਆ, ਕਲਮਾ ਪੜ੍ਹਨੇ ਵਾਲੇ ਨੂੰ ਵੀ ਨਰਕਾਂ ਵਿੱਚ ਪੈਣਾ ਪੈ ਸਕਦਾ ਜੇ ਖੋਟ ਕਮਾਉਂਦਾ ਹੈ। ਸਾਨੂੰ ਕਿਵੇਂ ਪਤਾ ਲੱਗੇ? ਅਸੀਂ ਕਿਵੇਂ ਇਸ ਪਤੇ ਨੂੰ ਜਾਣ ਲਈਏ? ਕਿਵੇਂ ਆਪ ਜੀ ਦੀ ਗੱਲ ਨੂੰ ਮੰਨ ਲਈਏ? ਜਾਣੇ ਬਿਨਾ ਪ੍ਰਤੀਤ ਨ ਆਵੈ, ਤੇ ਜੇ ਨਹੀਂ ਜਾਣਾਂਗੇ ਤਾਂ ਫਿਰ ਪ੍ਰਤੀਤ ਨਹੀਂ ਆ ਸਕਦੀ ਹੈ, ਯਕੀਨ ਨਹੀਂ ਆ ਸਕਦਾ ਹੈ। ਲਿਖੀ ਸਾਚ ਹੀ ਹੋਏ ਮਨ ਭਾਵੈ, ਸੋ ਜੇ ਇੱਦਾਂ ਨਾ ਵੀ ਜੇ ਕੋਈ ਪ੍ਰਤੀਤ ਆ ਜਾਵੇ ਗੱਲ ਸਾਹਮਣੇ, ਫੇਰ ਤਾਂ ਗੱਲ ਬਣ ਜਾਊਗੀ, ਮਨ ਨੂੰ ਭਾ ਜਾਵੇ ਗੱਲ। ਹੁਣ ਗੱਲ ਵੀ ਮਨ ਨੂੰ ਭਾ ਜਾਵੇ ਫੇਰ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਹਾਂ ਵੀ ਮੈਂ ਮੰਨ ਲਵਾਂ ਵੀ ਸੱਚੀ ਹੈ, ਕੋਈ ਦ੍ਰਿਸ਼ਟਾਂਤ ਹੈ ਐਸਾ, ਜਾਂ ਮੈਨੂੰ ਮੈਂ ਦੇਖ ਲਵਾਂ ਇਹ ਗੱਲ, ਫੇਰ ਤਾਂ ਸੋ ਮੈਂ ਮੰਨ ਲਵਾਂ ਆਪ ਜੀ ਦੀ ਗੱਲ। ਕੋਸ਼ਪ ਸ੍ਰੀ ਗੁਰ ਤਬੈ ਹਕਾਰਾ, ਇੱਕ ਸਾਹਿਬ ਜੀ ਨੇ ਯਤਨ ਹੋਰ ਕੀਤਾ, ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਹੁਣ ਆਪਣੇ ਖਜ਼ਾਨਚੀ ਨੂੰ ਹਾਕ ਮਾਰੀ ਹੈ। ਮਹਾਰਾਜ ਦਾ ਖਜ਼ਾਨਚੀ ਵੀ ਉੱਥੇ ਕੋਲ ਹੀ ਸੀਗਾ, ਤੇ ਮਹਾਰਾਜ ਨੇ ਖਜ਼ਾਨਚੀ ਨੂੰ ਬੁਲਾਇਆ ਪਾਸ। ਨਿਕਟ ਨਿਹਾਰਿਓ ਤਾਹੇ ਉਚਾਰਾ, ਸੋ ਖੜੇ ਹੋਏ ਨੂੰ ਉਹ ਆ ਗਿਆ ਕੋਲ। ਹਾਂਜੀ ਮਹਾਰਾਜ ਹੁਕਮ ਸੱਚੇ ਪਾਤਸ਼ਾਹ ਕਹਿਣ ਲੱਗੇ, ਏਕ ਰਜਤਪਣ ਕੋਸ਼ ਧਰਿਓ ਹੈ, ਕਹਿੰਦੇ ਇੱਕ ਰਜਤਪਣ ਹੈਗਾ, ਸੋ ਉੱਥੇ ਪਿਆ ਖਜ਼ਾਨੇ ਦੇ ਵਿੱਚ, ਰੁਪਈਏ ਨੂੰ ਪਹਿਲੋਂ ਜਿੱਦਾਂ ਰਜਤਾਪਣ ਕਹਿੰਦੇ ਹੁੰਦੇ ਸੀਗੇ, ਤੇ ਖਜ਼ਾਨੇ ਵਿੱਚ ਪਿਆ ਹੋਇਆ ਹੈ। ਜਿਸ ਪਰ ਕਲਮ ਸੰਨ ਪਰਿਓ ਹੈ, ਉਹਦੇ ਉੱਤੇ ਨਾ ਕਲਮਾਂ ਉਚਰੀਆਂ ਹੋਈਆਂ ਤੇ ਸੰਨ ਵੀ ਪਿਆ ਹੋਇਆ ਹੈ। ਤਿਸ ਕੋ ਲੈ ਕਰ ਹਾਥ ਸਿਧਾਵਹੁ, ਪਰ ਉਹ ਸੰਨ ਹਿਜਰੀ ਪਿਆ ਹੋਇਆ ਹੈ। ਹੁਣ ਮਹਾਰਾਜ ਨੇ ਵੀ ਕਹਿੰਦੇ ਨੇ, ਪਰ ਹੁਣ ਇਹਦਾ ਜਿਹੜਾ ਰਾਜ ਭਾਗ ਹੈ, ਜਿਹਦਾ ਰਾਜ ਹੁੰਦਾ ਸੀ ਆਪਣਾ ਸਿੱਕਾ ਚਲਾਉਂਦਾ ਹੁੰਦਾ ਸੀ, ਤੇ ਜਿਸ ਰਾਜੇ ਦਾ ਸਿੱਕਾ ਚੱਲਣਾ, ਜਿਸ ਰਾਜੇ ਦਾ ਰਾਜ ਹੁੰਦਾ ਸੀ ਉਹਦਾ ਸਿੱਕਾ ਚੱਲਦਾ ਹੁੰਦਾ ਸੀਗਾ। ਹੁਣ ਜਿਹੜਾ ਪੁਰਾਣਾ ਸਿੱਕਾ ਹੁੰਦਾ ਸੀ ਉਹ ਖੋਟਾ ਸਮਝਿਆ ਜਾਂਦਾ ਸੀ, ਉਹ ਹਿਜਰੀ ਸੰਨ ਦਾ ਬੜਾ ਪੁਰਾਣਾ ਸਿੱਕਾ ਸੀ, ਉਹਨੂੰ ਸਾਂਭ ਕੇ ਰੱਖਿਆ ਹੋਇਆ ਸੀ ਖਜ਼ਾਨੇ ਦੇ ਵਿੱਚ। ਮਹਾਰਾਜ ਕਹਿੰਦੇ ਇੱਕ ਸਿੱਕਾ ਹੈ, ਉਹਦੇ ਇੱਕ ਪਾਸੇ ਕਲਮਾਂ ਉਚਾਰਨ ਕੀਤੀਆਂ ਨੇ, ਤੇ ਇੱਕ ਪਾਸੇ ਸੰਨ ਉਸ ਤੇ ਹਿਜਰੀ ਲਿਖਿਆ ਹੋਇਆ, ਉਹ ਲੈ ਕੇ ਆ ਬਈ। ਟਕੇ ਬਾਜ਼ਾਰ ਵਿਖੇ ਤੇ ਲਿਆਵੋ, ਤੇ ਉਹਨੂੰ ਤੜਾ ਕੇ ਲਿਆ ਵੀ ਕਿੰਨੇ ਟਕੇ ਬਾਜ਼ਾਰ ਵਿੱਚੋਂ ਦਿੰਦੇ ਨੇ। ਬੈਠਿਓ ਸ਼ਾਹੋ ਸ਼ੀਗਰ ਤੂੰ ਜਾਓ, ਤੇ ਛੇਤੀ ਜਾ, ਸਾਡੇ ਕੋਲ ਸ਼ਾਹ ਬਹਾਦਰ ਬੈਠਾ, ਇਹਨੂੰ ਚਾਹੀਦੇ ਹਨ ਟਕੇ। ਹਮਰੇ ਨਿਕਟ ਅਵੈ ਲੈ ਆਓ, ਤੇ ਛੇਤੀ ਜਾ ਕੇ ਤੂੰ ਸਾਡੇ ਪਾਸ ਲੈ ਕਰਕੇ ਆ। ਗੁਰ ਆਇਸ ਤੇ ਕੋਸ਼ਪ ਗਇਓ, ਤੇ ਉਹ ਖਜ਼ਾਨਚੀ ਫਿਰ ਗੁਰੂ ਸਾਹਿਬ ਜੀ ਦੀ ਆਗਿਆ ਲਿਆ ਕਰਕੇ ਗਿਆ ਹੈ। ਬੀਚ ਬਾਜ਼ਾਰ ਰਜਤ ਪਣ ਦਿਓ, ਹੁਣ ਉਹਦੇ ਪਾਸ ਸਿੱਕਾ ਹੈ, ਤੇ ਇੱਕ ਪਾਸੇ ਕਲਮਾਂ ਲਿਖੀਆਂ ਹੋਈਆਂ, ਇੱਕ ਪਾਸੇ ਸੰਨ ਹਿਜਰੀ ਲਿਖਿਆ ਹੋਇਆ, ਬੜਾ ਪੁਰਾਣਾ ਸੰਨ ਹੈ। ਤੇ ਉਹ ਬਾਜ਼ਾਰ ਵਿੱਚ ਚਲਾ ਗਿਆ ਤੜਾਉਣ ਵਾਸਤੇ। ਇਸਕੇ ਟਕੇ ਦੇਹੋ ਗਿਨ ਮੋਹੀ, ਤੇ ਇੰਜ ਵੀ ਮੈਨੂੰ ਇਹਦੇ ਕੋਈ ਟਕੇ ਦੇ ਦੇਵੇ ਵੀ ਮੈਂ ਇਹਦੇ ਟਕੇ ਨੂੰ ਬਣਾ ਕੇ ਲੈ ਆਵਾਂ, ਇੰਜ ਇਸ ਆਸਾ ਨੂੰ ਲੈ ਕੇ ਬਾਜ਼ਾਰ ਵਿੱਚ ਜਾਂਦਾ। ਜੇ ਤਿਕ ਭਾਉ ਬਿਕਤ ਇਤ ਹੋਹੀ, ਤੇ ਕਹਿ ਰਿਹਾ ਜਿਸ ਵੀ ਦੁਕਾਨਦਾਰ ਕੋ ਜਾਂਦਾ, ਕਹਿੰਦਾ ਵੀ ਇਹਦੇ ਜਿੰਨੇ ਵੀ ਟਕੇ ਬਣਦੇ ਆ ਮੈਨੂੰ ਟਕੇ ਦੇ ਦਿਓ, ਮੈਨੂੰ ਮੈਂ ਰੁਪਈਏ ਨੂੰ ਬਣਾਉਣਾ ਹੈ। ਪਿਖ ਸ਼ਰਾਫ ਨੇ ਦਿਓ ਬਗਾਈ, ਉਹ ਜਿਹੜਾ ਸ਼ਰਾਬ ਸੀ ਜਦੋਂ ਉਸਨੇ ਉਹ ਦੇਖਿਆ, ਤੇ ਉਹਨੇ ਨਾ ਪਰੇ ਜਾ ਰਿਹਾ ਚੱਕ ਕੇ ਸਿੱਕਾ, ਇਹ ਖੋਟੇ ਨਹਿ ਚੱਲਹਿ ਇਸ ਥਾਈ, ਕਹਿੰਦਾ ਹਿਜਰੀ ਸੰਨ ਦਾ ਸਿੱਕਾ ਲਈ ਫਿਰਦਾ, ਇਹ ਖੋਟਾ ਹੈ, ਇਹ ਨਹੀਂ ਚੱਲਣਾ ਸਿੱਕਾ, ਕਹਿੰਦਾ ਸਿੱਟ ਦਿੱਤਾ ਉਸਨੇ। ਇਹ ਖੋਟੇ ਨਹਿ ਚੱਲੈ ਇਥਾਈ, ਇੱਥੇ ਨਹੀਂ ਚੱਲੇਗਾ ਕਿਉਂਕਿ ਖੋਟਾ ਹੈ। 4-5 ਹਾਟਨ ਪਰ ਫਿਰਿਓ, ਇਹ ਘਟੋ ਘੱਟ ਵੀ 4-5 ਸਰਾਫਾਂ ਦੀਆਂ ਦੁਕਾਨਾਂ ਤੇ ਪਹੁੰਚਾ, ਹਾਲਾਂਕਿ ਉਹ ਚਾਂਦੀ
ਰਜਤ ਆਪਣਾ ਦਾ ਚਾਂਦੀ ਦਾ ਸਿੱਕਾ, ਤੇ ਉਹ ਸਰਾਫਾਂ ਦੇ ਕੋਲ ਹੀ ਜਾਣਾ ਸੀਗਾ। ਪਰ ਕਿਸੇ ਵੀ ਸਰਾਫ ਨੇ ਇਸ ਰੁਪਈਏ ਨੂੰ ਭੰਨਿਆ ਨਹੀਂ, ਟਕੇ ਨਹੀਂ ਦਿੱਤੇ ਹਨ। ਨਹਿ ਸ਼ਰਾਫ ਕਿਨ ਕਰ ਮਹਿ ਧਰਿਓ। ਇੱਥੋਂ ਤਿੱਕਰ ਫੇਰ ਤਾਂ ਹੱਥ 'ਚ ਨਹੀਂ ਸੀ ਫੜਦੇ, ਦੇਖਦੇ ਸਨ ਇਹ ਕਿਹੜੇ ਸੰਨ ਦਾ ਸਿੱਕਾ ਲਈ ਫਿਰਦਾ, ਵਗਾਹ ਕੇ ਮਾਰਦੇ ਸੀ। ਹਟ ਕਰ ਗੁਰ ਢਿਗ ਆਨ ਸੁਨਾਈ। ਚਲੋ 5-7 ਦੁਕਾਨਾਂ ਘੁੰਮੀਆਂ ਤੇ ਫਿਰ ਇਹ ਉਹ ਸਿੱਕਾ ਲੈ ਆਣ ਕੇ ਗੁਰੂ ਸਾਹਿਬ ਜੀ ਦੇ ਕੋਲ ਖੜ ਗਿਆ, ਮੱਥਾ ਟੇਕਿਆ। ਇਸੇ ਸਰਾਫ ਨਾ ਲੇਤ ਕਦਾਈ। ਤੇ ਬੇਨਤੀ ਕਰਦਾ, ਮਹਾਰਾਜ ਕਿੱਥੇ ਸਰਾਫ ਨਹੀਂ ਲੈਂਦੇ ਹਨ ਇਸ ਟਕੇ ਨੂੰ। ਖੋਟੇ ਕੇ ਬਿਲੋਕ ਤਤਕਾਲਾ। ਉਹਦਾ ਕਹਿੰਦੇ ਖੋਟਾ ਹੈ, ਇਹ ਸਾਡੇ ਕਿਸ ਕੰਮ ਹੈ। ਰਿਸਕੋ ਧਰਤ ਹਾਥ ਤੇ ਡਾਲਾ। ਜੇ ਉਹ ਚੱਕ ਲੈਂਦੇ ਨੇ ਤਾਂ ਗੁੱਸਾ ਕਰਦੇ ਸੀ। ਤੇ ਵੀ ਤੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਹ ਖੋਟਾ ਕਿਵੇਂ ਚੱਲ ਜਾਵੇਗਾ, ਕਿਵੇਂ ਤੈਨੂੰ ਟਕੇ ਦੇ ਦਈਏ। ਟਕੇ ਦੇਨ ਤੋ ਕਿਤਹੂ ਰਹੇ। ਟਕੇ ਦੇਣ ਤਾਂ ਬੜੀ ਦੂਰ ਦੀ ਬਾਤ ਸੀ। ਝਿਰਕ ਹਟਾਵਤ ਦੁਰਬਚ ਕਹੇ। ਇਹ ਖਜ਼ਾਨਚੀ ਕਹਿੰਦਾ ਝਿੜਕ ਕੇ ਹਟਾ ਦਿੰਦੇ ਸਨ, ਨਾਲੇ ਮੈਨੂੰ ਮੰਦਾ ਚੰਗਾ ਬੋਲਦੇ ਸਨ। ਸੁਨ ਕੋਸ਼ਪ ਤੇ ਲੈ ਕਰ ਹਾਥ। ਤੇ ਫਿਰ ਸੋ ਗੁਰੂ ਸਾਹਿਬ ਜੀ ਨੇ ਤੇ ਉਹਦੇ ਕੋਲੋਂ ਸਿੱਕਾ ਹੱਥ ਵਿੱਚ ਫੜ ਲਿਆ। ਬੋਲੇ ਗੁਰ ਸੁਨ ਦਿੱਲੀ ਨਾਥ। ਤੇ ਮਹਾਰਾਜ ਕਹਿਣ ਲੱਗੇ, ਸੁਣ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ। ਜਿਸ ਕੋ ਮਤ ਕਲਮੇ ਤੇ ਭਿਸਤ। ਸੋ ਤੂੰ ਕਹਿੰਦਾ ਕਲਮਾ ਪੜਨ ਦੇ ਨਾਲ ਭਿਸਤ ਮਿਲਦੇ, ਬਹਿਸ਼ਤਾਂ ਮਿਲਦੀਆਂ, ਬੰਦਾ ਸਵਰਗਾਂ ਨੂੰ ਚਲੇ ਜਾਂਦਾ, ਉੱਥੇ ਹੂਰਾਂ ਮਿਲਦੀਆਂ। ਜਿਨ ਕੋ ਮਤ ਕਲਮੇ ਤੇ ਭਿਸਤ। ਵੇ ਤੂੰ ਇਹ ਗੱਲ ਕਹਿ ਰਿਹਾ, ਹੁਣ ਤੂੰ ਵੀ ਤਾਂ ਸੁਣਿਆ ਹੀ ਹੋਣਾ, ਕਾਜ਼ੀਆਂ ਕੋਲੋਂ ਮਲਾਲਿਆਂ ਤੋਂ ਇਹ ਗੱਲ ਸੁਣੀ ਹੋਣੀ ਵੀ ਜਿਹੜਾ ਕਲਮਾ ਪੜ੍ਹਨੇ ਵਾਲਾ ਉਹ ਵਹਿਸ਼ਤਾਂ ਨੂੰ ਚਲੇ ਜਾਂਦਾ ਹੈ। ਤਿਨ ਕੋ ਰਾਜ ਨਾ ਕਹੂੰ ਸ਼ਿਕਸਤ। ਤੇਰਾ ਰਾਜ ਹੈ ਕਲਮਾ ਪੜ੍ਹਨੇ ਵਾਲਿਆਂ ਤੇ ਪੜ੍ਹਾਉਣਿਆਂ ਵਾਲਿਆਂ ਦਾ ਰਾਜ, ਭਾਵ ਮੁਸਲਮਾਨਾਂ ਦਾ ਰਾਜ ਚੱਲਦਾ ਹੈ ਇੱਥੇ ਹਿੰਦੁਸਤਾਨ ਦੇ ਵਿੱਚ। ਤੂੰ ਮੌਕੇ ਦਾ ਮਾਲਕ ਬੈਠਾ, ਤੇਰਾ ਹੀ ਸ਼ਹਿਰ ਆਗਰਾ ਹੈ। ਪੁਨ ਨਿਰਣੈ ਕਰ ਲਿਹੋ ਨਿਹਾਰ। ਦੇਖ ਲਾ ਤੇਰੇ ਹੀ ਰਾਜ ਦੇ ਵਿੱਚ ਤੇਰਾ ਹੀ ਜਿਹੜਾ ਕਲਮਾ ਵਾਲਾ ਸਿੱਕਾ ਸੀਗਾ ਪੁਰਾਣਾ, ਖੋਟਾ ਹੁਣ ਪੁਰਾਣਾ ਸਿੱਕਾ ਖੋਟਾ ਹੋ ਜਾਂਦਾ, ਪਰ ਕਲਮਾਂ ਤਾਂ ਲਿਖੀਆਂ ਹੋਈਆਂ ਸੀ। ਕਹਿੰਦੇ ਕਲਮਾਂ ਲਿਖੀਆਂ ਹੋਈਆਂ, ਕਲਮਾਂ ਲਿਖਿਆ ਵਾਲਾ ਸਿੱਕਾ ਨਹੀਂ ਚੱਲਿਆ ਤੇਰੇ ਹੀ ਰਾਜ ਦੇ ਵਿੱਚ। ਤੋਹੇ ਨਿਕਟ ਹੈ ਤੋਹੇ ਬਾਜ਼ਾਰ। ਤੂੰ ਨੇੜੇ ਆ, ਤੇਰਾ ਬਾਜ਼ਾਰ ਆ, ਤੂੰ ਇੱਥੇ ਮਾਲਕ ਆ ਸਾਰੇ ਹਿੰਦੁਸਤਾਨ ਦਾ। ਉਪਰ ਕਲਮਾ ਕਿਹੇ ਨਾ ਵਿਚਾਰਿਓ। ਕਿਸੇ ਨੇ ਕਲਮਾਂ ਨਹੀਂ ਵੇਖੀਆਂ, ਪਾਤਸ਼ਾਹ ਕਹਿੰਦੇ ਅੰਤਰ ਖੋਟੇ ਸ਼ਕਲ ਨਿਹਾਰਿਓ। ਇਹਦੇ ਅੰਦਰਲਾ ਖੋਟ ਵੇਖਿਆ, ਕਲਮਾਂ ਕਿਸੇ ਨੇ ਵੀ ਨਹੀਂ ਵੇਖੀਆਂ। ਕਿਨਹੋ ਨ ਕੀਨਸ ਅੰਗੀਕਾਰ। ਔਰ ਕਿਸੇ ਵੀ ਸਰਾਫ ਨੇ ਤੇਰਾ ਸਿੱਕਾ ਅੰਗੀਕਾਰ ਨਹੀਂ ਕੀਤਾ ਕਲਮਾਂ ਵਾਲਾ। ਖੋਟਾ ਦੇਖਤ ਦੈਂ ਕਰ ਡਾਰ। ਪਰ ਅੰਦਰਲੀ ਖੋਟ ਦੇਖ ਕੇ ਪਰੇ ਸੁੱਟ ਦਿਆ ਕਰਦੇ ਸਨ। ਜਹ ਤੁਰਕਨ ਕੋ ਰਾਜ ਤਪੰਤਾ। ਇੱਥੇ ਤੁਰਕਾਂ ਦਾ ਰਾਜ ਆ, ਪੂਰੇ ਹਿੰਦੁਸਤਾਨ ਦੇ ਵਿੱਚ ਬੜਾ ਪ੍ਰਤਾਪ ਹੈ ਤੇਰਾ ਚੱਲਦਾ। ਤਹਾਂ ਨ ਕਲਮਾ ਰਛ ਕਰੰਤਾ। ਵੀ ਤੁਰਕਾਂ ਦੇ ਰਾਜ ਦੇ ਵਿੱਚ ਵੀ ਸੋ ਕਲਮਾਂ ਵਾਲਾ ਸਿੱਕਾ ਨਹੀਂ ਚੱਲਿਆ, ਕਲਮਾਂ ਵਾਲੇ ਸਿੱਕੇ ਨੂੰ ਵੀ ਖੋਟਾ ਆਖ ਦਿੱਤਾ ਗਿਆ। ਜੇ ਠਾਂ ਅਵਰ ਨਿਆਵ ਕੇ ਕਰਤਾ। ਜਿਸ ਦਰਗਾਹ ਦੀ ਗੱਲ ਤੂੰ ਕਰਦਾ ਨਾ ਵੀ ਉੱਥੇ ਕਲਮਾਂ ਬਚਾ ਲੈਂਦੀਆਂ, ਬੰਦਾ ਕਲਮਾਂ ਪੜ੍ਹਦਾ ਹੋਵੇ ਤਾਂ ਬੰਦਾ ਵਹਿਸ਼ਤਾਂ ਨੂੰ ਚਲ ਜਾਂਦਾ। ਤੈਨੂੰ ਪਤਾ ਉੱਥੇ ਕੌਣ, ਉਹ ਦਰਗਾਹ ਦਾ ਮਾਲਕ ਵੀ ਕੋਈ ਹੋਰ ਹੈ, ਤੇ ਜਦੋਂ ਬੰਦੇ ਨੂੰ ਲੈ ਕੇ ਜਾਣੇ ਵਾਲੇ ਨੇ ਉਹ ਵੀ ਅਣਜਾਣ ਬੰਦੇ ਨੇ, ਜਾਮ ਨੇ, ਤੇ ਜਿਸ ਨੇ ਨਿਆਂ ਕਰਨਾ ਉਹ ਵੀ ਜਾਣਕਾਰ ਨਹੀਂ ਹੈ, ਧਰਮ ਰਾਜਾ, ਤੇ ਉਹ ਫਿਰ ਕਿਵੇਂ ਉਹ ਮਦਦ ਕਰੇਗਾ। ਭਲੇ ਬੁਰੇ ਕੋ ਨਿਰਣੈ ਧਰਤਾ। ਉਸ ਨੇ ਤਾਂ ਸੱਚੋ ਹੀ ਸੱਚ ਵੇਖਣਾ, ਭਲਾ ਹੈ ਜਾਂ ਬੁਰਾ ਹੈ। ਜਿਹੜਾ ਪ੍ਰਾਣੀ ਹੁਣ ਧਰਤੀ ਤੋਂ ਆਇਆ ਹੈ, ਕਿਹੋ ਜਿਹਾ ਕਰਮ ਕਰਕੇ ਆਇਆ। ਮਹਾਰਾਜ ਨੇ ਬਾਣੀ ਦੇ ਵਿੱਚ ਬਿਲਕੁਲ ਸੋ ਸਪਸ਼ਟ ਗੱਲਾਂ ਲਿਖੀਆਂ ਹੋਈਆਂ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਨੇ ਕਹਿੰਦੇ ਜਿਤ ਕੀਤਾ ਭਾਈਏ ਆਪਣਾ, ਸਕਾਲ ਬੁਰੀ ਕਿਉਂ ਘਾਲੀਏ। ਮੰਦਾ ਮੂਲ ਨਾ ਕੀਚੇ ਦੇ ਲੰਮੀ ਦਤ ਨਿਹਾਲੀਏ। ਸੋ ਫਿਰ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਮਹਾਰਾਜ ਨੇ ਕੱਤਕ ਦਾ ਮਹੀਨਾ ਲਿਖਿਆ, ਕਹਿੰਦੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਤੇ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਦਾ ਕਰਮ ਵੇਖੇ ਜਾਂਦੇ ਨੇ, ਤੇ ਉੱਥੇ ਰਾਜਾ ਵੀ ਹੋਰ ਹੈ ਤੇ ਲੈ ਕੇ ਜਾਣੇ ਵਾਲੇ ਵੀ ਹੋਰ ਨੇ, ਕਿਵੇਂ ਫਿਰ ਉਹ ਬਖਸ਼ ਦੇਣਗੇ? ਤਹਿ ਕਲਮ ਕਿਮ ਕਰੈ ਸਹਾਇ। ਕਲਮਾਂ ਨੇ ਉੱਥੇ ਸਹਾਇਤਾ ਨਹੀਂ ਕਰਨੀ, ਕਲਮਾਂ ਤਾਂ ਇੱਥੇ ਤੇਰੇ ਰਾਜ ਵਿੱਚ ਵੀ ਨਹੀਂ ਚੱਲੀਆਂ। ਦੇ ਖੋਟੇ ਕੋ ਭਿਸਤ ਪੁਚਾਇ। ਜਿਹਦੇ ਕਰਮ ਮਾੜੇ ਨੇ, ਖੋਟਾ ਹੈ ਜਿਹੜਾ ਅੰਦਰੋਂ, ਜਿੰਨੀਆਂ ਮਰਜ਼ੀ ਕਲਮਾਂ ਪੜ੍ਹੇ, ਜੋ ਮਰਜ਼ੀ ਧਾਰਮਿਕ ਕਰਮ ਕਰੇ, ਮਹਾਰਾਜ ਦੀ ਬਾਣੀ ਪੜ੍ਹੋ, ਕਹਿੰਦੇ ਕਰਮ ਧਰਮ ਪਖੰਡ ਚੋਂ ਦਿਸੈ। ਸਤਿਗੁਰਾਂ ਨੇ ਉੱਥੇ ਸੋ ਨਾ ਪੁਜਾਰੀਆਂ ਨੂੰ ਬਖਸ਼ਿਆ ਤੇ ਨਾ ਨਵਾਜ਼ ਪੜ੍ਹਨੇ ਵਾਲੇ, ਮਸੀਤਾਂ ਵਿੱਚ ਨਵਾਜ਼ ਪੜ੍ਹਨੇ ਵਾਲੇ, ਨਾ ਗੁਰਦੁਆਰਿਆਂ 'ਚ ਸਿੱਖਾਂ ਨੂੰ ਵੀ ਮੇਰਾ ਭੇਖ ਬਾਬੇ ਨਾਨਕ ਵਾਲਾ ਅੰਮ੍ਰਿਤ ਛਕਿਆ ਹੋਇਆ। ਜੇ ਕਰਮ ਮਾੜੇ ਨੇ, ਖੋਟਾ ਤਾਂ ਖੋਟਾ ਹੀ ਹੈ। ਖੋਟਿਓਂ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਉਹਦੇ ਬਾਹਰਲੇ ਬਾਣੇ ਨੇ ਨਹੀਂ ਬਚਾ ਲੈਣਾ, ਪੜ੍ਹੀ ਹੋਈ ਬਾਣੀ ਨੇ ਨਹੀਂ ਬਚਾ ਲੈਣਾ ਜੇ ਕਰਮ ਖੋਟੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਪਸ਼ਟ ਗੱਲਾਂ ਕੀਤੀਆਂ, ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਰਹਿਤ ਮਰਜ਼ਾਦਾ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਈ ਛੋਟ ਨਹੀਂ ਦਿੱਤੀ। ਬਹਾਦਰ ਸ਼ਾਹ ਨੂੰ ਬਿਲਕੁਲ ਕੜਕ ਕੇ ਕਹਿ ਰਹੇ ਨੇ, ਜਹ ਪਰਮੇਸ਼ਰ ਕੀ ਦਰਗਾਹ। ਉਹ ਜਿੱਥੇ ਰੱਬ ਦੀ ਦਰਗਾਹ, ਜਿੱਥੇ ਨਿਆਂ ਵਿਚਾਰਿਆ ਜਾਂਦਾ ਹੈ, ਜਥਾ ਜੋਗ ਪਿਖਿਅਤ ਹੈ ਤਾਹ। ਉੱਥੇ ਤਾਂ ਬਿਲਕੁਲ ਧੁਰ ਤਾਂ ਹੀ ਦੇਖਿਆ ਜਾਂਦਾ ਵੀ ਇਹ ਕੀ ਕੁਛ ਕਰਦਾ ਰਿਹਾ। ਇੱਕੋ ਹੀ ਨਿਗਾਹ ਦੇ ਵਿੱਚ, ਇੱਕੋ ਹੀ ਪੇਸ਼ੀ ਦੇ ਵਿੱਚ, ਪਹਿਲੀ ਵਾਰ 'ਚ ਮਤਲਬ ਕਿ ਬੰਦਾ ਆਪਣਾ ਸਰੂਪ ਲੈ ਕੇ ਗਿਆ ਹੁੰਦਾ, ਸਭ ਕੁਝ ਦੇ ਚਿਹਰੇ ਤੇ ਹੁੰਦਾ। ਉੱਥੇ ਮੁੱਕਰ ਥੋੜ੍ਹੀ ਸਕਦਾ ਨਹੀਂ, ਉੱਥੇ ਕਿਤੇ ਸਭ ਕੁਝ ਸੁਣਦਾ ਵੇਖਦਾ ਕਿ ਮੁੱਕਰ ਪਾਇਆ ਜਾਏ, ਉੱਥੇ ਮੁੱਕਰ ਹੀ ਨਹੀਂ ਸਕਦਾ। ਇੱਥੇ ਦਾ ਪਾਪ ਕਮਾਉਂਦਾ ਰਾਖੇ ਤਲੇ ਦਰਵਾਏ, ਸੋ ਕਮਾ ਲੁਕੋ ਕੇ ਰੱਖਦਾ। ਸੋ ਚੋਰੀ ਪਹਿਲਾਂ ਕਰਨਾ ਚੋਰੀ, ਫਿਰ ਉਹ ਪ੍ਰਗਟ ਨਾ ਹੋ ਜਾਵੇ, ਫਿਰ ਫੇਲ ਲੁਕਾਉਣਾ। ਹਾਂਜੀ, ਤੇ ਉੱਥੇ ਕਬੀਰ ਸਾਹਿਬ ਕਹਿੰਦੇ ਪ੍ਰਗਟ ਪੈ ਨਿਦਾਨ ਸਭ ਜਾ ਪੁੱਛੇ ਧਰਮ ਰਾਏ। ਉਹ ਸਭ ਕੁਝ ਪ੍ਰਗਟ ਹੋ ਜਾਂਦਾ ਕਿ ਉੱਥੇ ਵੀ ਕੀ ਕਰੇਗਾ। ਸੋ ਉਹਨਾਂ ਚੰਗਾ ਨਹੀਂ, ਤੂੰ ਇੱਥੇ ਹੀ ਸੰਭਲ ਜਾ। ਧਰਮ ਇਹ ਹੈਗਾ, ਕਰਮ ਭੂਮੀ ਹੈ। ਸੋ ਇਹ ਧਰਮ ਕਮਾਉਣ ਦੀ ਜਗ੍ਹਾ ਮਹਾਰਾਜ ਨੇ ਜਿਹੜੀ ਕਰਮ ਭੂਮੀ ਬਣਾਈ ਹੈ। ਧਰਮ ਧਾਰਮਿਕ ਵਾਸਤੇ, ਧਰਮੀ ਬੰਦਿਆਂ ਵਾਸਤੇ ਸੀ। ਸੋ ਜਿਨ੍ਹਾਂ ਨੂੰ ਧਰਮ ਕਮਾਉਣ ਵਾਸਤੇ ਭੇਜਿਆ, ਉਹਨਾਂ ਨੇ ਪਾਪ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇੰਜ ਛੁਟਕਾਰਾ ਨਹੀਂ ਹੋਵੇਗਾ ਦਰਗਾਹ ਦੇ ਵਿੱਚ। ਨਰ ਤਨ ਧਾਰ ਕਰਤ ਹੈ ਜਥਾ। ਜੇ ਮਨੁੱਖਾ ਜਨਮ ਧਾਰਨ ਕੀਤਾ ਤੇ ਮਨੁੱਖਾ ਜਨਮ ਦਿੱਤਾ ਸੀ ਸਾਹਿਬ ਜੀ ਨੇ ਕਾਹਦੇ ਵਾਸਤੇ? ਕਹਿੰਦੇ ਆਇਓ ਸੁਣ ਪੜ੍ਹਨ ਕੋ ਬਾਣੀ। ਇਹ ਖੇਡ ਹੈ। ਜਾਪ ਸਾਹਿਬ ਪੜ੍ਹੋ, ਕਹਿੰਦੇ ਖੇਲ 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 ਆਨੰਦ ਕੋ ਫਿਰ ਏਕ। ਇਹ ਅਖੇਲ ਖੇਲ ਹੈ, ਇਸ ਨੂੰ ਕੋਈ ਖੇਡ ਨਹੀਂ ਸਕਦਾ। ਅਖੇਲ ਖੇਲ ਹੁੰਦਾ, ਔਖਾ ਖੇਡ ਹੈ। ਸੋ ਇਸ ਧਰਤੀ ਵਿੱਚ ਆਣ ਕੇ ਬਾਜੀ ਜਿੱਤ ਕੇ ਜਾਣੀ ਔਖਾ ਖੇਡ ਹੈ, ਬੜਾ ਔਖਾ ਖੇਡ ਹੈ। ਇਹ ਤਾਂ ਬੰਦੇ ਨੂੰ ਮੱਤ ਜਿਹੜੀ ਦਿੱਤੀ ਨਾ ਅਕਾਲ ਪੁਰਖ ਨੇ, ਤੇ ਆਪਣੀ ਮੱਤ ਅਨੁਸਾਰ ਆਪਣੇ ਕੰਮਾਂ ਨੂੰ ਸਹੀ ਆਪ ਹੀ ਮੋਹਰਾਂ ਲਾਉਂਦਾ ਰਹਿੰਦਾ, ਮੈਂ ਸਹੀ ਹਾਂ, ਮੈਂ ਠੀਕ ਹੈ। ਤੇ ਉਸ ਵੇਲੇ ਗੁਰੂ ਵੀ ਪਾਸੇ ਹੈ, ਸਤ ਸੰਗਤ ਵੀ ਪਾਸੇ ਹੈ, ਤੇ ਆਪਣੇ ਆਪ ਨੂੰ ਸਹੀ ਠਹਿਰਾਉਂਦਾ ਹੈ। ਪਰ ਜਦੋਂ ਦਰਗਾਹ ਵਿੱਚ ਜਾਂਦਾ ਹੈ, ਚਲੋ ਇੱਥੇ ਤਾਂ ਤੂੰ ਸੋ ਆਪਣਾ ਅਸਰ ਸੂਖ ਵਰਤ ਕੇ ਸੋ ਸਹੀ ਬਣਦਾ ਪਿਆ, ਤੇ ਦਰਗਾਹ ਦੇ ਵਿੱਚ ਤੇਰੇ ਨਾਲ ਕੋਈ ਹੋਵੇਗਾ। ਸੱਚੇ ਪਾਤਸ਼ਾਹ ਕਹਿੰਦੇ ਪਾਪ ਕਮਾਉਂਦੇ ਹਨ ਤੇਰਾ ਕੋਈ ਨਾ ਬੇਲੀ ਰਾਮ। ਮਹਾਰਾਜ ਨੇ ਸਾਫ਼ ਸਪਸ਼ਟ ਗੱਲਾਂ ਕੀਤੀਆਂ ਹੋਈਆਂ ਹਨ। ਤੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਸਮਝਾਇਆ, ਪਰ ਇਹ ਸਮਝ ਨਹੀਂ ਰਿਹਾ, ਇਹ ਸਮਝਦਾ ਨਹੀਂ ਪਿਆ। ਮਹਾਰਾਜ ਸਮਝਾਉਣ ਦਾ ਯਤਨ ਕਰ ਰਹੇ ਨੇ। ਬਿਦਤ ਸੁਭਾ ਸ਼ੁਭ ਹੋਏ ਤਹਿ ਤਥਾ। ਉੱਥੇ ਦਾ ਪ੍ਰਗਟ ਹੁੰਦਾ ਹੈ, ਮਾੜਾ ਕੀ ਤੇ ਚੰਗਾ ਕੀ। ਸੱਚੇ ਪਾਤਸ਼ਾਹ ਕਹਿੰਦੇ ਉੱਥੇ ਮਾੜੇ ਨੂੰ ਚੰਗਾ ਨਹੀਂ ਬਣਾ ਸਕਦੇ, ਚੰਗੇ ਨੂੰ ਮਾੜਾ ਨਹੀਂ ਬਣਾ ਸਕਦੇ। ਸੋ ਉੱਥੇ ਬਿਲਕੁਲ ਜਿਹੋ ਜਿਹਾ ਹੁੰਦਾ ਬੰਦਾ, ਉਹੋ ਜਿਹਾ ਪ੍ਰਗਟ ਰੂਪ ਦੇ ਵਿੱਚ ਹੁੰਦਾ ਹੈ। ਦੁੱਖ ਸੁਖ ਭੋਗੇ ਕ੍ਰਿਤ ਅਨੁਸਾਰੀ। ਬੰਦਾ ਆਪਣੇ ਕਰਮਾਂ ਅਨੁਸਾਰ ਹੀ ਦੁੱਖ ਸੁੱਖ ਭੋਗਦਾ ਹੈ। ਤੇ ਕਰਮ ਜਿਹੜੇ ਉਦੋਂ ਕਮਜ਼ੋਰ ਪੈ ਜਾਂਦੇ ਨੇ ਜਦੋਂ ਮਾਨਸ ਦੇ ਹੀ ਵਿੱਚ ਹੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਦੋਂ ਕਰਮ ਕਮਜ਼ੋਰ ਪੈ ਜਾਂਦੇ ਨੇ। ਤੇ ਜਦੋਂ ਕਹਿੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਏ, ਫਿਰ ਕਰਮ ਕਮਜ਼ੋਰ ਪੈ ਜਾਂਦੇ ਨੇ, ਤੇ ਉਂਝ ਕਰਮ ਬਲਵਾਨ ਰਹਿੰਦੇ ਨੇ। ਕੂਰੇ ਵੇਖ ਊਪਰੇ ਧਾਰੀ। ਆ ਉੱਪਰ ਜਿਹੜਾ ਧਾਰਮਿਕ ਵੇਖ ਧਾਰਨ ਕਰਦੇ ਨੇ ਧਾਰਮਿਕ ਲੋਕ, ਤਿਸ ਤੇ ਨਹਿ ਸਹਾਇਤਾ ਹੋਏ। ਕਹਿੰਦੇ ਇਸ ਧਰਮ ਦੇ ਭੇਖ ਨੇ ਬਿਲਕੁਲ ਸਹਾਇਤਾ ਨਹੀਂ ਕਰਨੀ ਦਰਗਾਹ ਅੰਦਰ। ਕਰਹਿ ਕ੍ਰਿਤ ਨਰ ਭੁਗਤੈ ਸੋਏ। ਜਿੱਦਾਂ ਦਾ ਬੰਦਾ ਕਰਮ ਕਰਦਾ ਉਦਾਂ ਦਾ ਫਲ ਭੋਗਣਾ ਪੈਂਦਾ ਹੈ। ਵੇਖਿਓ ਪਰਤਖ ਇਹਾਂ ਤੁਮ ਜਥਾ। ਤੂੰ ਵੇਖ ਲਿਆ ਨਾ, ਖੋਟਾ ਸਿੱਕਾ ਨਹੀਂ ਚੱਲਿਆ, ਹਾਲਾਂਕਿ ਉਹਦੇ ਤੇ ਕਲਮਾਂ ਲਿਖੀਆਂ ਸਨ, ਕਲਮਾਂ ਨੂੰ ਖਰਾ ਨਹੀਂ ਕਰ ਸਕੀਆਂ। ਪ੍ਰਭ ਦਰਗਾਹ ਨਿਆਵ ਹੈ ਤਥਾ। ਅਕਾਲ ਪੁਰਖ
ਨਾਨਕ ਦੀ ਦਰਗਾਹ ਵਿੱਚ ਨਿਆਂ ਚੱਲਦਾ ਹੈ। ਅੰਤਰ ਸ਼ੁੱਧ ਭਏ ਛੁਟ ਜੈ ਹੈ। ਜਿਨ੍ਹਾਂ ਦੇ ਅੰਦਰੋਂ ਪਵਿੱਤਰ ਸ਼ੁੱਧ ਹੁੰਦੇ ਨੇ ਉਹਨਾਂ ਦਾ ਛੁਟਕਾਰਾ ਹੁੰਦਾ ਹੈ। ਅੰਤਰ ਖੋਟ ਮਹਾ ਦੁਖ ਪੈ ਹੈ। ਜਿਹੜੇ ਅੰਦਰੋਂ ਖੋਟੇ ਹੁੰਦੇ ਨੇ ਉਹ ਅਤਿਅੰਤ ਦੁਖੀ ਹੁੰਦੇ ਹਨ। ਬਹਿਰ ਬੇਖ ਮਾਨਹਿ ਕੋ ਨਾਹੀ। ਦਰਗਾਹ ਦੇ ਵਿੱਚ ਬਾਹਰਲਾ ਭੇਖ ਨਹੀਂ ਮੰਨਿਆ ਜਾਂਦਾ ਹੈ। ਕਰਮ ਸ਼ੁਭਾਸ਼ੁਭ ਮਿਟਹਿ ਨ ਕਾਹੀ। ਕੀਤੇ ਹੋਏ ਚੰਗੇ ਮਾੜੇ ਕਰਮ ਨਹੀਂ ਮਿਟਦੇ ਹਨ, ਉਸ ਹਿਸਾਬ ਦੇ ਨਾਲ ਉਸ ਨੂੰ ਫਲ ਭੋਗਣਾ ਪੈਂਦਾ ਹੈ। ਸੁਨ ਕੈ ਸ਼ਾਹੋ ਬਹਾਦਰ ਮੌਨ। ਬਹਾਦਰ ਸ਼ਾਹ ਮੌਨ ਹੀ ਕਰ ਗਿਆ। ਦ੍ਰਿਗ ਲਗ ਰਹੇ ਦਿਸ਼ਾ ਤ੍ਰਿਯ ਤੌਨ। ਪਰ ਫੇ ਨਹੀਂ ਹਟਿਆ, ਖੋਟਿਓ ਖੋਟ ਕਮਾਵਣਾ। ਤੇ ਸੱਚੇ ਪਾਤਸ਼ਾਹ ਫਿਰ ਕਿਵੇਂ ਕਿਵੇਂ ਲੀਲਾ ਕਰਦੇ ਨੇ। ਸਮਾਂ ਹੋ ਗਿਆ, ਕੱਲ ਦੀ ਕਥਾ 'ਚ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਸਮਰੱਥਾ ਦੇ ਮਾਲਕ ਨੇ। ਜਦੋਂ ਸਮਝਾਉਣ ਤੇ ਆ ਜਾਣਾ ਨਾ ਤੇ ਬੜੇ ਤਰੀਕੇ ਨੇ ਸਤਿਗੁਰੂ ਜੀ ਕੋਲ। ਸੋ ਬਹੁਤ ਵਿਧ ਸਮਝਾਵਾ, ਕਈ ਪ੍ਰਕਾਰ ਦੇ ਨਾਲ ਸਮਝਾ ਦਿੰਦੇ ਨੇ। ਸੋ ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਬੁਝੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾਂ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਦੁਰਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।